ਮੈਂ ਲੱਕੀ ਸੀ ਕਿ ਉਦੋਂ ਸਾ ਪ੍ਰਗਟ ਸਿੰਘ ਡਾਇਰੈਕਟਰ ਸੀ ਤੇ ਉਦੋਂ ਜਦੋਂ ਮੈਂ ਪਲਾਨ ਦਿੱਤਾ ਬਣਾ ਕੇ ਰਿਵਾਈਵਲ ਆਫ ਹਾਕੀ ਇਨ ਪੰਜਾਬ ਦਾ ਤੇ ਮੈਨੂੰ ਇਹਨਾਂ ਨੇ ਖੁੱਲ੍ਹੀ ਛੁੱਟੀ 2006 'ਚੋਂ ਇਹ ਸਫ਼ਰ ਸ਼ੁਰੂ ਹੋਇਆ ਸੀਗਾ ਜਿਹਦੇ ਤੋਂ ਇਹ ਹੌਲੀ ਹੌਲੀ ਇਹ 10-12 ਬੈਚ ਜਿਹੜੇ ਨਿਕਲੇ ਉਹਨਾਂ 'ਚੋਂ ਇਹ ਜਿਹੜੇ 20-25 ਪਲੇਅਰ ਇਸ ਵੇਲੇ ਇੰਡੀਆ ਕੈਂਪ 'ਚ ਨੇ ਉਹ ਹੁਣ ਆਏ ਨੇ ਪਰ ਇਹ ਦੁਨੀਆ ਨੂੰ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਮੈਂ ਇੱਕ ਹੋਰ ਰਿਸਰਚ ਇਹ ਦੱਸ ਦਿੰਦਾ ਤੁਹਾਨੂੰ ਕਿ ਜਿਹੜੀ ਹਾਕੀ 'ਚ ਜੇ ਤੁਸੀਂ 100 ਪਲੇਅਰ ਫੜਦੇ ਹੋ ਉਹਨਾਂ ਨੂੰ 10 ਤੋਂ 12 ਸਾਲ ਟ੍ਰੇਨਿੰਗ ਕਰਾਉਣੀ ਹੋ ਉਹ 'ਚ ਇੱਕ ਪਲੇਅਰ ਬਣਦਾ ਹੈ ਦੁਨੀਆ ਦੇ ਲੈਵਲ ਦਾ, ਵਰਲਡ ਲੈਵਲ ਦਾ। ਜੇ ਤੁਹਾਨੂੰ 18 ਚਾਹੀਦੇ ਹੈ ਤਾਂ 1800 ਪਲੇਅਰ ਨੂੰ 10-12 ਸਾਲ ਦੀ ਟ੍ਰੇਨਿੰਗ ਕਰਾਓਗੇ ਤਾਂ ਜਾ ਕੇ 18 ਪਲੇਅਰ ਬਣਨਗੇ। ਪਰ ਜੇ ਟੀਮ ਬਣਾਉਣੀ ਹੈ ਤੁਹਾਨੂੰ 30 ਤੋਂ 35 ਪਲੇਅਰ ਚਾਹੀਦੇ ਇੱਕੋ ਜਿਹੇ ਉੱਪਰ। ਇਹਦਾ ਮਤਲਬ ਉਹਨੂੰ 100 ਨਾਲ ਮਲਟੀਪਲਾਈ ਕਰ ਲਓ। ਸਾਰੇ ਸਿਆਸਤਦਾਨ ਜਦੋਂ ਮੈਚ ਚੱਲ ਰਿਹਾ ਸੀ ਘਰੇ ਬੈਠ ਕੇ ਮੈਚ ਦੇਖ ਰਹੇ ਸੀ, ਇੱਕ ਤਰ੍ਹਾਂ ਤੋਂ ਐਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਰ ਅਸਲ ਰਿਐਲਿਟੀ ਕੀ ਹੈ? ਰਿਜ਼ਲਟ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਕਿ ਹਰ ਕੋਈ ਕ੍ਰੈਡਿਟ ਲੈਂਦਾ, ਹਰ ਕੋਈ ਅੱਗੇ ਜਾ ਕੇ ਫੋਟੋਆਂ ਖਿਚਾਉਂਦਾ। 15 ਸਾਲ ਇਹਨਾਂ ਦਾ ਕਿਵੇਂ ਇਹ ਸਫ਼ਰ ਗੁਜ਼ਰਿਆ ਇਹਦੇ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਪੋਲੀਟੀਕਲ ਸਾਈਡ ਵੀ ਦੇਖ ਲਈਏ, ਪ੍ਰਗਟ ਸਿੰਘ ਦੇ ਸੱਚ ਬਿਗਨਿੰਗ ਸਪੋਰਟਸ ਦੇ ਇਹ ਉਹ ਤਾਂ ਸਿਆਸਤਦਾਨ ਵੀ ਉਹਨਾਂ ਕੋਈ ਜ਼ਿਆਦਾ ਬੁੱਲ ਨਹੀਂ ਪਾਉਂਦੇ। ਕਿਵੇਂ ਉਹ ਵੀ ਪ੍ਰੈਸ ਕਾਨਫਰੰਸ ਕਰਦੇ ਆ ਵੀ ਮੈਨੂੰ ਹਰੈਸ ਕੀਤਾ ਜਾ ਰਿਹਾ। ਇਹੀ ਸਭ ਤੋਂ ਵੱਡਾ ਸਪੋਰਟਸਮੈਨ ਪੰਜਾਬ 'ਚ ਹੋਇਆ ਜਿਹੜਾ ਅੱਜ ਤੱਕ ਹੋਇਆ। ਜਦੋਂ 2005 ਇਹਨੂੰ ਡਾਇਰੈਕਟਰ ਸਪੋਰਟਸ ਲਿਆਂਦਾ ਮਤਲਬ ਉਹ ਤਾਂ ਇੱਕ ਬੜਾ ਚੰਗਾ ਸਟੈਪ। ਪੋਲੀਟਿਕਸ 'ਚ ਆ ਕੇ MLA ਬਣਿਆ ਉਸ ਤੋਂ ਬਾਅਦ ਇਹਨੂੰ ਕੋਈ ਰੋਲ ਨਹੀਂ ਦਿੱਤਾ ਗਿਆ। ਗਰੇਵਾਲ ਸਾਹਿਬ, ਜਿਵੇਂ ਤੁਸੀਂ ਗੱਲ ਦੱਸੀ ਵੀ ਪਿਛਲੇ 4 ਸਾਲਾਂ 'ਚ ਤਾਂ ਇੱਕ ਜੁੱਤਾ ਵੀ ਨਹੀਂ ਲਿਆ ਗਿਆ, ਹਾਕੀ ਦੀ ਬਾਲ ਵੀ, ਸਟਿੱਕ ਵੀ ਨਹੀਂ ਲਈ ਗਈ, ਫਿਰ ਇਹ ਸਿਸਟਮ ਕਿਵੇਂ ਇੰਪਰੂਵ ਹੋਊਗਾ? ਇਹ ਸਰਕਾਰਾਂ ਦਾ ਕੰਮ ਜਿਹੜਾ ਜ਼ਿਆਦਾ ਉਹ ਕਹਿੰਦੇ ਜੀ ਕੰਪੀਟੀਸ਼ਨ ਕਰਾ ਲਓ ਤੇ ਸਪੋਰਟਸ ਕਰਾ ਲਓ। ਕੰਪੀਟੀਸ਼ਨ ਸਪੋਰਟਸ ਨਹੀਂ ਹੈ, ਕੰਪੀਟੀਸ਼ਨ ਤਾਂ ਉਹਦੇ 'ਚ ਇੱਕ ਪਾਰਟ ਹੈ। ਪੰਜਾਬ 'ਚ ਤਾਂ ਹੁਣ ਪਿਛਲੇ 3-4 ਸਾਲ ਤੋਂ ਕੋਈ ਕੰਪੀਟੀਸ਼ਨ ਹੀ ਨਹੀਂ ਹੋਇਆ, ਨਾ ਤਾਂ ਐਸੋਸੀਏਸ਼ਨਾਂ ਕਰਾਉਂਦੀਆਂ ਨੇ। ਗਵਰਨਮੈਂਟ ਜਿਹੜੇ ਸਕੂਲਾਂ 'ਚ ਜਾਂ ਸਪੋਰਟ ਡਿਪਾਰਟਮੈਂਟ ਸਾਲ 'ਚ ਇੱਕ ਵਾਰੀ 3 ਦਿਨ ਦਾ ਟੂਰਨਾਮੈਂਟ ਕਰਾ ਕੇ ਖਤਮ। ਜਿਹੜਾ ਟ੍ਰੇਨਿੰਗ ਗਰਾਊਂਡਾਂ ਦਾ ਬੁਰਾ ਹਾਲ ਹੈ, ਪੰਜਾਬ ਦਾ ਇਨਫਰਾਸਟ੍ਰਕਚਰ ਦਾ ਬੁਰਾ ਹਾਲ ਹੈ। ਉਹ ਕੋਈ ਫੰਡ ਆਉਂਦਾ? ਕੋਈ ਫੰਡ ਹੈ ਉਹਦੇ ਕੋਲ? ਮੈਨੂੰ ਤਾਂ ਕੋਈ ਲੱਗਦਾ ਨਹੀਂ ਫੰਡ ਆਇਆ ਜੀ ਪਿਛਲੇ 4 ਸਾਲ 'ਚ। ਤਨਖਾਹਾਂ ਵੀ 6-6 ਮਹੀਨੇ ਬਾਅਦ ਮਿਲਦੀਆਂ ਨੇ ਕੋਚਾਂ ਦੀਆਂ ਤੇ ਕੋਚ ਡਿਵੈਲਪਮੈਂਟ ਹੈ ਹੀ ਨਹੀਂ। ਪੰਜਾਬ ਗਵਰਨਮੈਂਟ ਨੇ ਇੱਕ ਪਿਛਲੀ ਵਾਰੀ ਅਨਾਊਂਸ ਕੀਤਾ ਸੀ ਸਪੋਰਟਸ ਯੂਨੀਵਰਸਿਟੀ ਖੋਲ੍ਹਣੀ, ਪਰ ਉਹ ਸਪੋਰਟਸ ਯੂਨੀਵਰਸਿਟੀ ਦਾ ਨਾਂ ਤਾਂ ਦਿੱਤਾ ਪਰ ਉਹ ਸਪੋਰਟਸ ਯੂਨੀਵਰਸਿਟੀ ਫਿਜ਼ੀਕਲ ਕਾਲਜ ਬਣ ਕੇ ਰਹਿ ਗਿਆ। ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਹਾਕੀ ਦੇ ਸਟਾਰ ਦੇਸ਼ ਵਾਪਸ ਆ ਗਏ ਨੇ। ਉਹਨਾਂ ਦੇ ਪਿੰਡਾਂ 'ਚ ਘਰਾਂ 'ਚ ਧੂਮਧਾਮ ਨਾਲ ਸਵਾਗਤ ਹੋ ਰਿਹਾ। ਸਾਰੇ ਸਿਆਸਤਦਾਨ ਜਾਂ ਹੋਰ ਨਾਮੀ ਨੇਤਾ ਉਹਨਾਂ ਦੇ ਆਲੇ ਦੁਆਲੇ ਮੰਡਰਾ ਰਹੇ ਨੇ, ਫੋਟੋਆਂ ਖਿਚਾਉਣ ਦੇ ਉਤਸੁਕ ਨੇ। ਕਹਿ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਵੀ ਇਹਨਾਂ ਦੀ ਜਿੱਤ ਦਾ, ਸਕਸੈਸ ਦਾ ਕ੍ਰੈਡਿਟ ਮਿਲ ਜੇ। ਪਰ ਅੱਜ ਅਸੀਂ ਇੱਕ ਸਵਾਲ ਚੱਕਦੇ ਹਾਂ, ਜਦੋਂ ਸਕਸੈਸ ਤੋਂ ਪਹਿਲਾਂ ਜਦੋਂ ਪਲੇਅਰ ਬਣਦਾ ਹੁੰਦਾ ਉਦੋਂ ਇਹ ਸਿਆਸਤਦਾਨ ਕਿੱਥੇ ਹੁੰਦੇ ਆ? ਕੀ ਉਦੋਂ ਇਹਨਾਂ ਨੂੰ ਸਹੂਲਤਾਂ ਕਿਉਂ ਨਹੀਂ ਮੁਹੱਈਆ ਕਰਾਈਆਂ ਜਾਂਦੀਆਂ? ਕਿਉਂ ਇਹਨਾਂ ਵਾਸਤੇ ਫੰਡਸ ਘਟ ਜਾਂਦੇ ਨੇ ਜਾਂ ਮੁੱਕ ਜਾਂਦੇ ਨੇ? ਇਸੇ ਵਿਸ਼ੇ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਾਬਕਾ ਇੰਟਰਨੈਸ਼ਨਲ ਹਾਕੀ ਪਲੇਅਰ ਤੇ ਕੋਚ ਸੁਖਵੀਰ ਸਿੰਘ ਗਰੇਵਾਲ ਜੀ। ਗਰੇਵਾਲ ਸਾਹਿਬ, ਪ੍ਰੋ ਪੰਜਾਬ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ। ਹਾਕੀ ਦੀ ਟੀਮ ਜਿੱਤ ਕੇ ਆਈ ਹੈ, ਬ੍ਰੌਂਜ਼ ਮੈਡਲ ਜਿੱਤਿਆ, ਇਤਿਹਾਸਕ ਜਿੱਤ ਹੈ 41 ਸਾਲਾਂ ਤੋਂ ਬਾਅਦ। ਸਾਰਿਆਂ ਦੇਸ਼ ਵਾਸੀਆਂ ਵਾਸਤੇ ਬਹੁਤ ਭਾਵੁਕ ਪਲ ਹੈ। ਪਰ ਇੱਕ ਸਵਾਲ ਜਿਹੜਾ ਆ ਰਿਹਾ, ਸਕਸੈਸ 'ਚ ਤਾਂ ਸਾਰੇ ਸ਼ਾਮਿਲ ਹੋਣਾ ਚਾਹ ਰਹੇ ਹੈ। ਸਾਰੇ ਸਿਆਸਤਦਾਨ ਜਦੋਂ ਮੈਚ ਚੱਲ ਰਿਹਾ ਸੀ ਘਰੇ ਬੈਠ ਕੇ ਮੈਚ ਦੇਖ ਰਹੇ ਸੀ, ਇੱਕ ਤਰ੍ਹਾਂ ਤੋਂ ਐਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਰ ਅਸਲ ਰਿਐਲਿਟੀ ਕੀ ਹੈ? ਜਦੋਂ ਪਲੇਅਰ ਬਣਦਾ ਹੈ ਉਦੋਂ ਤਾਂ ਕੋਈ ਪੁੱਛਗਿੱਛ ਹੁੰਦੀ ਨਹੀਂ। ਦੇਖੋ, ਰਿਜ਼ਲਟ ਜਿਹੜਾ ਆਉਂਦਾ, ਜਿਹੜਾ ਆ ਵੀ ਰਿਜ਼ਲਟ ਆਇਆ ਹੈ ਪਿਛਲੇ 15-16 ਸਾਲ ਦੀ ਮਿਹਨਤ ਤੋਂ ਬਾਅਦ ਆਇਆ। ਰਿਜ਼ਲਟ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਕਿ ਹਰ ਕੋਈ ਕ੍ਰੈਡਿਟ ਲੈਂਦਾ, ਹਰ ਕੋਈ ਅੱਗੇ ਜਾ ਕੇ ਫੋਟੋਆਂ ਖਿਚਾਉਂਦਾ। ਪਰ ਅਸਲੀਅਤ 'ਚ ਜਦੋਂ ਇਹ, ਜਿਵੇਂ ਮੈਂ ਇਸੇ ਟੀਮ ਦੀ ਗੱਲ ਕਰਾਂ, ਇਹ ਜਿਹੜੇ ਪਲੇਅਰ ਨੇ ਮਨਪ੍ਰੀਤ ਵਗੈਰਾ, ਇਹ 2006 ਬੈਚ ਦੇ ਨੇ। ਇਹ 8-8, 9-9 ਸਾਲ ਦੇ ਇਹ ਸਿਲੈਕਟ ਕੀਤੇ ਸੀ। 6, 7, 8 ਬੈਚ ਦੇ। ਗੁਰਜੀਤ ਕੌਰ ਮੇਰੇ ਖਿਆਲ 9 ਬੈਚ ਦੀ ਹੈ। 15 ਸਾਲ ਇਹਨਾਂ ਦਾ ਕਿਵੇਂ ਇਹ ਸਫ਼ਰ ਗੁਜ਼ਰਿਆ ਇਹਦੇ ਤੇ ਕਿਸੇ ਨੇ ਧਿਆਨ ਨਹੀਂ ਕੀਤਾ। ਮੈਂ ਲੱਕੀ ਸੀ ਕਿ ਉਦੋਂ ਸਾ ਪ੍ਰਗਟ ਸਿੰਘ ਡਾਇਰੈਕਟਰ ਸੀ ਤੇ ਉਦੋਂ ਜਦੋਂ ਮੈਂ ਪਲਾਨ ਦਿੱਤਾ ਬਣਾ ਕੇ ਰਿਵਾਈਵਲ ਆਫ ਹਾਕੀ ਇਨ ਪੰਜਾਬ ਦਾ ਤੇ ਮੈਨੂੰ ਇਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ। 2006 'ਚੋਂ ਇਹ ਸਫ਼ਰ ਸ਼ੁਰੂ ਹੋਇਆ ਸੀਗਾ ਜਿਹਦੇ ਤੋਂ ਇਹ ਹੌਲੀ ਹੌਲੀ ਇਹ 10-12 ਬੈਚ ਜਿਹੜੇ ਨਿਕਲੇ ਉਹਨਾਂ 'ਚੋਂ ਇਹ ਜਿਹੜੇ 20-25 ਪਲੇਅਰ ਇਸ ਵੇਲੇ ਇੰਡੀਆ ਕੈਂਪ 'ਚ ਨੇ ਉਹ ਹੁਣ ਆਏ ਨੇ। ਪਰ ਇਹ ਦੁਨੀਆ ਨੂੰ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਜਿੱਥੇ ਤੱਕ ਗਵਰਨਮੈਂਟ ਹੈ, ਗਵਰਨਮੈਂਟ ਨੇ ਥੋੜ੍ਹਾ ਜਿਹਾ ਪਹਿਲਾਂ ਮਦਦ ਕੀਤੀ, ਪਰ ਔਨ ਐਂਡ ਆਫ ਜੇ ਤੁਸੀਂ ਕਹੋ ਬਹੁਤ ਜ਼ਿਆਦਾ ਸਪੋਰਟ ਕੀਤੀ, ਉਹ ਨਹੀਂ ਕੀਤੀ। ਕਿਉਂਕਿ ਪਲੇਅਰ ਇਕੱਲਾ ਇੱਕ ਕੋਚ ਨਹੀਂ ਬਣਾਉਂਦਾ, ਉਹਦੇ 'ਚ ਇੱਕ
ਪੂਰਾ ਪ੍ਰੋਸੈਸ ਲੱਗਦਾ ਹੈ। ਇੱਕ ਤਾਂ ਸਿਲੈਕਸ਼ਨ ਪ੍ਰੋਸੈਸ ਪਹਿਲੀ ਗੱਲ, ਫਿਰ ਉਹਦਾ ਜਿਹੜਾ ਬੇਸ ਬਣਾਉਣਾ ਸੈਕੰਡ ਸਟੈਪ, ਫਿਰ ਉਹਦੀ ਜਿਹੜੀ ਸਾਇੰਟੀਫਿਕ ਬੈਕਅਪ ਹੈ, ਬਾਇਓਮੈਕੈਨਿਕਸ ਹੈ, ਸਪੋਰਟਸ ਸਾਈਕੋਲੋਜੀ ਹੈ, ਨਿਊਟ੍ਰੀਸ਼ਨਿਸਟ ਹੈ, ਫਿਜ਼ੀਓਥੈਰੇਪਿਸਟ ਹੈ, ਇਹ ਸਾਰੀਆਂ ਚੀਜ਼ਾਂ ਇੰਡੀਆ 'ਚ ਮਿਸਿੰਗ ਨੇ। ਕੋਚ ਡਿਵੈਲਪਮੈਂਟ ਵੀ ਇੱਥੇ ਹੈ ਨਹੀਂ। ਜੇ ਪੰਜਾਬ ਦਾ ਤੁਸੀਂ ਦੇਖੋ, ਅਸੀਂ ਕੋਚ ਡਿਵੈਲਪਮੈਂਟ ਸ਼ੁਰੂ ਕੀਤੀ ਸੀ ਵਿਕਟੋਰੀਆ ਯੂਨੀਵਰਸਿਟੀ ਨਾਲ 2015 'ਚ। 2 ਸਾਲ ਉਹ ਚੱਲਿਆ ਤੇ 2 ਸਾਲ ਬਾਅਦ ਉਹ ਵੀ ਬੰਦ ਹੋ ਗਿਆ। ਬੰਦ ਹੋਣ ਦਾ ਕਾਰਨ? ਸਰਕਾਰ ਕੋਲ ਕਹਿੰਦੇ ਫੰਡ ਨਹੀਂ ਹੈ। ਸੋ ਕਿਉਂਕਿ ਸਰਕਾਰ ਕਦੇ ਵੀ ਸੀਰੀਅਸ ਨਹੀਂ ਰਹੀ ਪਲੇਅਰ ਦੀ ਜਿਹੜੀ ਗਰਾਊਂਡ ਡਿਵੈਲਪਮੈਂਟ ਵਾਸਤੇ। ਤੁਸੀਂ ਆਪ ਖਿਡਾਰੀ ਰਹੇ ਹੋ, ਤੁਹਾਡਾ ਆਪ ਦਾ ਇੱਕ ਇਮੋਸ਼ਨਲ ਅਟੈਚਮੈਂਟ ਸੀ ਵੀ ਮੈਂ ਤਿਆਰ ਕਰਨੇ ਆ ਮੁੰਡੇ, ਰਿਕਰੂਟ ਕਰਾਂ। ਦੇਖੋ, ਉਹਦੇ 'ਚ ਮੈਂ ਸਮਝਦਾ ਕਿ ਐਡੋਕਿਜ਼ਮ ਹੈ, ਹਰ ਚੀਜ਼ 'ਚ ਇੰਡੀਆ 'ਚ ਐਡੋਕਿਜ਼ਮ ਹੈ। ਪਰ ਜਿਹੜੀ ਸਪੋਰਟਸ ਹੈ, ਜਿਵੇਂ ਹਿਊਮਨ ਬੀਇੰਗ ਡਿਵੈਲਪਮੈਂਟ ਹੈ, ਜਵਾਕ ਜੰਮਦਾ ਹੈ ਤੇ ਉਹ 22-23 ਸਾਲ ਤੱਕ, 25 ਸਾਲ ਤੱਕ ਉਹਦੀ ਕਿਵੇਂ ਡਿਵੈਲਪਮੈਂਟ ਹੁੰਦੀ ਹੈ, ਕਿਵੇਂ ਉਹਦੀ ਪੜ੍ਹਾਈ ਹੁੰਦੀ ਹੈ, ਕਿਵੇਂ ਉਹਨੂੰ ਫਿਜ਼ੀਕਲੀ ਡਿਵੈਲਪ ਕੀਤਾ ਜਾਂਦਾ, ਫਿਰ ਜਾ ਕੇ ਉਹ ਕਿਤੇ 25, 26, 28 ਸਾਲ 'ਚ ਜਾ ਕੇ ਨਿਤਰਦਾ। ਤੇ ਸਪੋਰਟਸ 'ਚ ਵੀ ਜੇ ਜਦ ਤੱਕ ਤੁਸੀਂ, ਇੱਕ ਰਿਸਰਚ ਕਹਿੰਦੀ ਹੈ ਕਿ 0 to 8 ਇਜ਼ ਦ ਮੋਸਟ ਇੰਪੋਰਟੈਂਟ ਸਟੇਜ ਇਨ ਅ ਹਿਊਮਨ ਬੀਇੰਗ ਲਾਈਫ। 0 to 8 ਦਾ ਮਤਲਬ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ, 0 to 8 ਵਿੱਚ ਹੀ ਉਹਦੇ ਸਾਰੇ ਬੇਸਿਕਸ ਤਿਆਰ ਕੀਤੇ ਜਾਂਦੇ ਨੇ। ਜਿਹੜੇ ਸਪੋਰਟਸ ਜ਼ਰੂਰੀ ਚੀਜ਼ਾਂ ਨੇ, ਜਿਵੇਂ ਐਕਸਪਲੋਸਿਵ ਸਟਰੈਂਥ ਹੈ, ਤੁਹਾਡੀ ਸਪੀਡ ਹੈ, ਤੁਹਾਡਾ ਰਿਐਕਸ਼ਨ ਟਾਈਮ ਹੈ, ਜਿਨ੍ਹਾਂ 'ਤੇ ਸਪੋਰਟਸਮੈਨ ਬੇਸਡ ਹੈ, ਉਹ ਚੀਜ਼ਾਂ ਵੀ ਇਸੇ 7-8 ਸਾਲ 'ਚ ਇੰਪਰੂਵ ਕੀਤੀਆਂ ਜਾਂਦੀਆਂ। ਇਹ ਆਪਣੇ 'ਚ ਕਿਤੇ ਹੈ ਹੀ ਨਹੀਂ ਅੱਜ ਤੱਕ। ਜਦੋਂ ਸਮਾਂ ਲੰਘ ਜਾਂਦਾ ਤੇ ਫਿਰ ਆਪਾਂ ਵਰਲਡ ਬੀਟਰ ਨਹੀਂ ਬਣ ਸਕਦੇ, ਫਿਰ ਇੱਥੇ ਹੀ ਕਿਤੇ 70-80% 'ਤੇ ਖਤਮ ਹੋ ਜਾਂਦਾ ਕੰਮ। ਉਹਦੇ 'ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਦੂਜੀ, ਸਾਇੰਟੀਫਿਕ ਬੈਕਅਪ ਇੰਡੀਆ 'ਚ ਹੀ ਹੈ ਨਹੀਂ। ਪੰਜਾਬ ਗਵਰਨਮੈਂਟ ਨੇ ਇੱਕ ਪਿਛਲੀ ਵਾਰੀ ਅਨਾਊਂਸ ਕੀਤਾ ਸੀ ਸਪੋਰਟਸ ਯੂਨੀਵਰਸਿਟੀ ਖੋਲ੍ਹਣੀ, ਪਰ ਉਹ ਸਪੋਰਟਸ ਯੂਨੀਵਰਸਿਟੀ ਦਾ ਨਾਂ ਤਾਂ ਦਿੱਤਾ ਹੈ, ਪਰ ਉਹ ਸਪੋਰਟਸ ਯੂਨੀਵਰਸਿਟੀ ਫਿਜ਼ੀਕਲ ਕਾਲਜ ਬਣ ਕੇ ਰਹਿ ਗਿਆ। ਉਹਦੇ 'ਚ ਨਾ ਤਾਂ BSc ਸਪੋਰਟਸ ਸਾਇੰਸਿਸ ਹੈ, ਨਾ ਉਹਦੇ 'ਚ ਐਕਸਰਸਾਈਜ਼ ਫਿਜ਼ੀਓਲੋਜੀ ਹੈ, ਨਾ ਸਟਰੈਂਥ ਐਂਡ ਕੰਡੀਸ਼ਨਿੰਗ ਹੈ, ਨਾ ਸਪੋਰਟਸ ਨਿਊਟ੍ਰੀਸ਼ਨ ਹੈ, ਨਾ ਸਪੋਰਟਸ ਸਾਈਕੋਲੋਜੀ ਹੈ, ਨਾ ਉੱਥੇ ਕੋਚ ਡਿਵੈਲਪਮੈਂਟ ਹੈ। ਐਡਵਾਂਸ ਚੀਜ਼ਾਂ ਅੱਜ ਕੱਲ੍ਹ ਦੇ ਪਲੇਅਰ ਇੰਟਰਨੈਸ਼ਨਲ ਸਟੈਂਡਰਡ ਦੇ ਬਣਨ ਵਾਸਤੇ ਚਾਹੀਦੀਆਂ, ਉੱਥੇ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਨਾ ਮਾਤਰ। ਹਾਂਜੀ, ਨਾ ਮਾਤਰ, ਬਿਲਕੁਲ ਹੀ ਹੈ ਨਹੀਂ। ਸਿਮਿਲਰਲੀ ਸਪੋਰਟ ਡਿਪਾਰਟਮੈਂਟ ਦਾ ਵੀ ਸ਼ਾਰਟ ਟਰਮ ਗੇਨਸ ਨੇ। ਬਾਕੀ ਸਰਕਾਰਾਂ ਦਾ ਕੰਮ ਜਿਹੜਾ ਜ਼ਿਆਦਾ, ਉਹ ਕਹਿੰਦੇ ਜੀ ਕੰਪੀਟੀਸ਼ਨ ਕਰਾ ਲਓ ਤੇ ਸਪੋਰਟਸ ਕਰਾ ਲਈ। ਕੰਪੀਟੀਸ਼ਨ ਸਪੋਰਟਸ ਨਹੀਂ ਹੈ। ਕੰਪੀਟੀਸ਼ਨ ਤਾਂ ਉਹਦੇ 'ਚ ਇੱਕ ਪਾਰਟ ਹੈ। ਉਹ ਛੋਟਾ ਜਦੋਂ ਬੱਚਾ ਡਿਵੈਲਪ ਹੁੰਦਾ, ਉਹ 'ਚ ਕੰਪੀਟੀਸ਼ਨ ਤਾਂ ਰੀਕ੍ਰੀਏਸ਼ਨ ਹੁੰਦੀ ਹੈ ਕਿ ਤੁਸੀਂ ਪ੍ਰੈਕਟਿਸ ਵਿਦਆਊਟ ਏਮ ਜਦੋਂ ਕਰਦੇ ਹੋ, ਉਹਦੇ 'ਚ ਤੁਸੀਂ ਕੰਪੀਟੀਸ਼ਨ ਜਾਂਦੇ ਹੋ, ਉਹਦੇ ਤੁਹਾਡਾ ਇੱਕ ਤਾਂ ਤੁਹਾਡਾ ਚੈੱਕ ਹੁੰਦੇ ਹੋ ਕਿ ਤੁਹਾਡੀਆਂ ਕਿਹੜੀਆਂ ਗਲਤੀਆਂ ਨੇ, ਕਿਹੜੇ ਸਟਰੋਂਗ ਪੁਆਇੰਟਸ ਨੇ, ਤਾਂ ਕਿ ਤੁਹਾਡਾ ਟ੍ਰੇਨਿੰਗ ਪ੍ਰੋਗਰਾਮ ਉਹਦੇ ਮੁਤਾਬਕ ਬਣਾਇਆ ਜਾਵੇ। ਉਹਦੇ 'ਚ ਹਾਰ ਜਿੱਤ ਨਹੀਂ ਹੁੰਦੀ ਜੂਨੀਅਰ ਲੈਵਲ 'ਚ। 18 ਸਾਲ ਤੱਕ ਤੁਸੀਂ ਦੇਖੋ ਕੋਈ ਜੂਨੀਅਰ ਕੰਪੀਟੀਸ਼ਨ ਨਹੀਂ ਹੁੰਦਾ ਦੁਨੀਆ 'ਚ। ਜੇ ਹੁੰਦੇ ਵੀ ਨੇ ਤਾਂ ਉਹ ਫॉर ਰੀਕ੍ਰੀਏਸ਼ਨ ਨੇ। ਉਹਦੇ 'ਚ ਹਰ ਬੱਚਾ ਖੇਲ ਕੇ ਐਜ਼ ਅ ਵਿਨਰ ਵਾਪਸ ਆਪਣੇ ਹੁਣ ਪੰਜਾਬ 'ਚ ਹੁੰਦੇ। ਪੰਜਾਬ 'ਚ ਤਾਂ ਹੁਣ ਪਿਛਲੇ 3-4 ਸਾਲ ਤੋਂ ਕੋਈ ਕੰਪੀਟੀਸ਼ਨ ਹੀ ਨਹੀਂ ਹੋਇਆ, ਨਾ ਤਾਂ ਐਸੋਸੀਏਸ਼ਨਾਂ ਕਰਾਉਂਦੀਆਂ ਨੇ। ਗਵਰਨਮੈਂਟ ਜਿਹੜੇ ਸਕੂਲਾਂ 'ਚ ਜਾਂ ਸਪੋਰਟ ਡਿਪਾਰਟਮੈਂਟ ਸਾਲ 'ਚ ਇੱਕ ਵਾਰੀ 3 ਦਿਨ ਦਾ ਟੂਰਨਾਮੈਂਟ ਕਰਾ ਕੇ ਖਤਮ ਕਰ ਦਿੰਦੇ। ਸਪੋਰਟਸ ਦੇ ਜਿੰਨੇ ਵੀ ਡਿਪਾਰਟਮੈਂਟ ਜਾਂ ਮੰਤਰੀ ਹੈ, ਐਵੇਂ ਵਾਹ ਲੁੱਟੀ ਜਾ ਰਹੇ, ਕੋਈ ਗਰਾਊਂਡ ਲੈਵਲ ਤੇ ਤਾਂ ਫਿਰ ਕੁਝ ਹੋ ਹੀ ਨਹੀਂ ਰਿਹਾ। ਮੇਰੇ ਹਿਸਾਬ 'ਚ ਜੇ ਇਹਨਾਂ ਦਾ ਦੇਖਿਆ ਜਾਵੇ, ਹੁਣ ਆਹੀ ਪਿਛਲੇ 4 ਸਾਲ ਤੋਂ ਦੇਖਿਆ ਜਾਵੇ, ਇਹਨਾਂ ਨੇ ਇੱਕ ਵੀ ਬਾਲ, ਇੱਕ ਵੀ ਹਾਕੀ, ਇੱਕ ਵੀ ਫੁੱਟਬਾਲ, ਇੱਕ ਵੀ ਐਥਲੈਟਿਕਸ ਵਾਲੇ ਦਾ ਸ਼ੂ, ਇੱਕ ਵੀ ਚੀਜ਼ ਨਹੀਂ ਖਰੀਦੀ ਦਿੱਤੀ 4 ਸਾਲਾਂ 'ਚ। ਵਿਦਆਊਟ ਇਕੁਇਪਮੈਂਟ ਕਿਵੇਂ ਸਪੋਰਟਸ ਉੱਪਰ ਆ ਜੂਗੀ? ਸਪੋਰਟਸ ਮੋਸਟਲੀ ਜਿਹੜਾ ਹੁਣ ਸਾਰੇ ਮੂਰੇ ਜਾ ਰਹੇ ਆ ਵੀ ਹੁਣ ਫੰਡ ਅਨਾਉਂਸ ਕਰ ਰਹੇ ਆ, ਇਹ ਕਰ ਰਹੇ ਆ ਵੀ ਅਸੀਂ ਕੀਤਾ ਜੋ ਕੀਤਾ, ਸਾਡੀ ਮਿਹਨਤ। ਚਲੋ ਫੰਡ ਜਦੋਂ ਤੁਸੀਂ ਜਿੱਤ ਕੇ ਆਉਂਦੇ ਹੋ, ਤੁਹਾਨੂੰ ਦੇਖੋ ਉਹਦਾ ਰੀਜ਼ਨ ਇਹ ਹੈ ਕਿ ਸਪੋਰਟਸ ਜਿਹੜੀ 90% ਆਫ ਸਪੋਰਟਸ ਇੰਡੀਆ 'ਚ ਹੁੰਦੀ ਹੈ ਨਾ ਜੀ, ਉਹ ਲੋ ਮਿਡਲ ਕਲਾਸ ਕਰਦਾ। ਐਕਸੈਪਟ ਜੇ ਤੁਸੀਂ ਲੋ ਸਵਿਮਿੰਗ, ਟੇਬਲ ਟੈਨਿਸ, ਬੈਡਮਿੰਟਨ, ਕ੍ਰਿਕਟ ਜਾਂ 1-2 ਗੇਮਾਂ ਹੋਰ, ਸ਼ੂਟਿੰਗ ਜਿਹੜੀਆਂ ਨੇ, ਇਹ ਅਮੀਰ ਆਦਮੀ ਕਰਦੇ ਨੇ। ਗਰੀਬ ਆਦਮੀ ਆ ਬਾਕੀ ਸਾਰੀਆਂ ਸਪੋਰਟਸ, ਐਥਲੈਟਿਕਸ, ਫੁੱਟਬਾਲ, ਕਬੱਡੀ, ਰੈਸਲਿੰਗ, ਬਾਕਸਿੰਗ, ਜਿੰਨੀਆਂ ਵੀ ਸਪੋਰਟਸ ਨੇ, ਗਰੀਬ ਆਦਮੀ ਕਰਦਾ। ਔਰ ਸਪੋਰਟਸ ਇੰਨੀ ਮਹਿੰਗੀ ਹੋ ਗਈ ਕਿ ਹਰ ਇਕਵਿਪਮੈਂਟ ਹੀ ਇੰਨਾ ਮਹਿੰਗਾ ਹੈ। ਜੇ ਤੁਸੀਂ ਹਾਕੀ ਪਲੇਅਰ ਹੀ ਬਣਾਉਣਾ, ਉਹਨੂੰ 15,000 ਦਾ ਸਮਾਨ ਚਾਹੀਦਾ ਹਰ ਸਾਲ। ਫੋਰ ਐਗਜ਼ਾਮਪਲ ਹਾਕੀ 3-4 ਦੀ ਹੈ, ਤੁਹਾਡਾ ਪੇਅਰ ਆਫ ਸ਼ੂਜ਼ ਟਰਫ 'ਤੇ ਖੇਡਣ ਵਾਲਾ ਹੀ 3-4 ਦਾ, ਅਤੇ ਉਹ ਗਰੀਬ ਆਦਮੀ ਨਹੀਂ ਅਫੋਰਡ ਕਰ ਸਕਦਾ। ਪਰ ਚਲੋ ਕਿਤੇ ਕਿਤੇ ਸਪੋਰਟ ਮਿਲੀ, ਇਹ ਬੈਚ ਅੱਗੇ ਨਿਕਲਿਆ, ਪਰ ਇਹ ਸਪੋਰਟਸ ਨਹੀਂ ਚੱਲਿਆ। ਇੱਕ ਤੁਸੀਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਤੁਸੀਂ ਡਾਇਰੈਕਟਰ ਰਹੇ ਹੋ, ਤੁਸੀਂ ਉਹਨੂੰ ਚਲਾਇਆ ਜੀ, ਇਹੀ ਬੈਚ ਉੱਥੇ ਹੀ ਟ੍ਰੇਨਿੰਗ ਕਰਦਾ ਰਿਹਾ ਹੈਗਾ? ਹਾਂਜੀ, ਇਹ ਪਹਿਲਾਂ ਸਪੋਰਟਸ ਡਿਪਾਰਟਮੈਂਟ 'ਚ ਜਦੋਂ ਭਰ ਕੇ ਡਾਇਰੈਕਟਰ ਬਣਿਆ, ਸਪੋਰਟਸ ਡਿਪਾਰਟਮੈਂਟ ਵੱਲੋਂ ਸ਼ੁਰੂ ਕੀਤਾ ਸੀ। ਫਿਰ 2015 'ਚ ਇਹਨਾਂ ਨੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਬਣਾਇਆ, ਕਿਉਂਕਿ ਸਪੋਰਟਸ ਦੀ ਜਿਹੜੀਆਂ ਨੀਡਸ ਨੇ ਜੀ, ਉਹ ਇਮੀਡੀਏਟ ਹੁੰਦੀਆਂ ਨੇ। ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਇਮੀਡੀਏਟ, ਜਿਹੜੀ ਵੀ ਚੀਜ਼ ਚਾਹੀਦੀ ਹੈ ਇਮੀਡੀਏਟ। ਤੁਹਾਡਾ ਕੋਈ ਗਰਾਊਂਡ ਖਰਾਬ ਹੋ ਗਈ, ਇਮੀਡੀਏਟ ਰਿਪੇਅਰ, ਤੁਹਾਨੂੰ ਇਕਵਿਪਮੈਂਟ ਚਾਹੀਦਾ ਹੈ, ਤੁਹਾਡਾ ਕੰਪੀਟੀਸ਼ਨ ਜਾਣਾ ਹੈ। ਸਰਕਾਰੀ ਦਾਇਰੇ 'ਚ ਇਹ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ, ਇਹਨਾਂ ਦੀਆਂ ਫਾਈਲਾਂ ਹੀ ਨਹੀਂ ਮੁੜਦੀਆਂ।
ਉਸ ਰੀਜ਼ਨ ਕਰਕੇ ਬਣਾਇਆ ਸੀ ਸਪੋਰਟਸ ਇੰਸਟੀਚਿਊਟ ਵੀ ਚਲੋ ਇਹ ਜਿਹੜਾ ਇਮੀਡੀਏਟ ਗਵਰਨਮੈਂਟ ਤੋਂ ਬਾਹਰ ਹੋਊਗਾ, ਬਜਟਡ ਹੋਊਗਾ ਤੇ ਇਮੀਡੀਏਟ ਰੀਡਰੈਸਲ ਹੋਈ ਜਾਊਗੀ ਸਾਰੀ ਚੀਜ਼ਾਂ। ਪਰ ਉਹ ਪਿਛਲੇ 4 ਸਾਲ ਤੋਂ ਇਨ ਵੈਰੀ ਵੈਰੀ ਬੈਡ ਸ਼ੇਪ। ਜਿਹੜਾ ਟ੍ਰੇਨਿੰਗ ਗਰਾਊਂਡਾਂ ਦਾ ਬੁਰਾ ਹਾਲ ਹੈ, ਪੰਜਾਬ ਦਾ ਇਨਫਰਾਸਟ੍ਰਕਚਰ ਦਾ ਬੁਰਾ ਹਾਲ ਹੈ। ਉਹਦੇ ਕੋਲ ਫੰਡ ਆਉਂਦਾ, ਕੋਈ ਫੰਡ ਹੈ ਉਹਦੇ ਕੋਲ? ਮੈਨੂੰ ਤਾਂ ਕੋਈ ਲੱਗਦਾ ਨਹੀਂ ਫੰਡ ਆਇਆ ਜੀ ਪਿਛਲੇ 4 ਸਾਲ 'ਚ। ਤਨਖਾਹਾਂ ਵੀ 6-6 ਮਹੀਨੇ ਬਾਅਦ ਮਿਲਦੀਆਂ ਨੇ ਕੋਚਾਂ ਦੀਆਂ, ਤੇ ਕੋਚ ਡਿਵੈਲਪਮੈਂਟ ਹੈ ਹੀ ਨਹੀਂ। ਇਹ ਚੀਜ਼ਾਂ ਹੈ ਹੀ ਨਹੀਂ ਬਿਲਕੁਲ। ਬਹੁਤ ਬੁਰਾ ਹਾਲ ਹੈ ਇਸ ਵੇਲੇ ਜੋ ਅਗਰ ਗਰਾਊਂਡ ਲੈਵਲ ਤੇ ਤੁਸੀਂ ਦੇਖਣਾ ਚਾਹੋ ਤਾਂ। ਇੱਕ ਉਦਾਹਰਨ ਇਹ ਵੀ ਹੈ, ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ, ਪ੍ਰਗਟ ਸਿੰਘ ਉਦੋਂ ਇੰਚਾਰਜ ਹੁੰਦੇ ਸੀ, ਉਹਨਾਂ ਨੇ ਬਹੁਤ ਹੈਲਪ ਕੀਤੀ, ਪੋਜ਼ਿਟਿਵ ਅਪਰੋਚ ਰੱਖੀ ਪਲੇਅਰਾਂ ਨੂੰ। ਅੱਜ ਜਿਹੜੇ ਪਲੇਅਰ ਜਿਹੜੇ ਮੈਡਲ ਲੈ ਕੇ ਆਏ ਨੇ, ਗਰੇਵਾਲ ਸਾਹਿਬ ਤੇ ਪ੍ਰਗਟ ਸਿੰਘ ਨੇ ਮਿਲ ਕੇ ਮਿਹਨਤ ਕੀਤੀ। ਜੇ ਆਪਾਂ ਉਧਰੋਂ ਪੋਲੀਟੀਕਲ ਸਾਈਡ ਵੀ ਦੇਖ ਲਈਏ, ਪ੍ਰਗਟ ਸਿੰਘ ਦੇ ਸੱਚ ਬਿਗ ਨੇਮ ਸਪੋਰਟਸ ਦੇ ਇਹ ਉਹ, ਤਾਂ ਸਿਆਸਤਦਾਨ ਵੀ ਉਹਦਾ ਕੋਈ ਜ਼ਿਆਦਾ ਮੁੱਲ ਨਹੀਂ ਪਾਉਂਦੇ। ਕਿਵੇਂ ਉਹ ਵੀ ਪ੍ਰੈਸ ਕਾਨਫਰੰਸ ਕਰਦੇ ਆ ਵੀ ਮੈਨੂੰ ਹਰੈਸ ਕੀਤਾ ਜਾ ਰਿਹਾ, ਹੋਰ ਕੀਤਾ ਜਾ ਰਿਹਾ, ਤਾਂ ਉਹਨਾਂ ਦੀ ਵੀ ਐਜ਼ ਏ ਸਿਆਸਤਦਾਨ, ਐਜ਼ ਏ ਸਪੋਰਟਸ ਪਰਸਨ ਕਦਰ ਨਹੀਂ ਪਾਈ ਜਾਂਦੀ। ਦੇਖੋ ਸਿਆਸਤਦਾਨ ਤਾਂ ਮੈਨੂੰ ਪਤਾ ਨਹੀਂ, ਇਹਨਾਂ ਦੀ ਪੋਲਿਟਿਕਸ ਮੈਂ ਸਮਝਦਾ ਨਹੀਂ ਜੀ, ਪਰ ਜਿੱਥੇ ਤੱਕ ਸਪੋਰਟਸ ਹੈਗੀ ਹੈ, ਕਿਉਂਕਿ ਇਹੀ ਸਭ ਤੋਂ ਵੱਡਾ ਸਪੋਰਟਸਮੈਨ ਪੰਜਾਬ 'ਚ ਹੋਇਆ ਜਿਹੜਾ ਅੱਜ ਤੱਕ ਹੋਇਆ। ਜਦੋਂ 2005 'ਚ ਇਹਨੂੰ ਡਾਇਰੈਕਟਰ ਸਪੋਰਟਸ ਲਿਆਂਦਾ ਹੈ, ਮਤਲਬ ਉਹ ਤਾਂ ਇੱਕ ਬੜਾ ਚੰਗਾ ਸਟੈਪ ਸੀ। ਪਰ ਉਸ ਤੋਂ ਬਾਅਦ ਡਾਇਰੈਕਟਰ ਸਪੋਰਟਸ ਤੋਂ ਬਾਅਦ ਜਦੋਂ ਇਹ ਪੋਲਿਟਿਕਸ 'ਚ ਆ ਕੇ MLA ਬਣਿਆ, ਉਸ ਤੋਂ ਬਾਅਦ ਇਹਨੂੰ ਕੋਈ ਰੋਲ ਨਹੀਂ ਦਿੱਤਾ ਗਿਆ। ਮੈਂ ਸਮਝਦਾ ਜੇ ਉਦੋਂ ਰੋਲ ਦਿੱਤਾ ਜਾਂਦਾ ਤੇ ਇਹ ਕਿਉਂਕਿ ਇਹ ਪੈਸ਼ਨੇਟ ਹੈ ਸਪੋਰਟਸ ਦੇ ਬਾਰੇ। ਜਦੋਂ ਵੀ ਕੋਈ ਗੱਲ ਕਰੋ ਉਹਦੇ ਨਾਲ ਉਹੀ ਕਹਿੰਦਾ ਵੀ ਮੈਨੂੰ ਸਪੋਰਟਸ ਨੇ ਜੋ ਦਿੱਤਾ, ਮੈਨੂੰ ਸਪੋਰਟਸ ਨੇ ਦਿੱਤਾ, ਮੈਂ ਆਈ ਵਾਂਟ ਟੂ ਗਿਵ ਇਟ ਬੈਕ ਟੂ ਦ ਸੋਸਾਇਟੀ। ਸੋ ਉਹ ਉਹਦਾ ਹੈਗਾ। ਬਾਕੀ ਅੱਗੇ ਪੋਲਿਟਿਕਸ ਤਾਂ ਮੈਂ ਨਹੀਂ ਡਿਸਕਸ ਕਰਨਾ ਚਾਹੁੰਦਾ। ਇੱਕ ਚੀਜ਼ ਗਰੇਵਾਲ ਸਾਹਿਬ, ਪੰਜਾਬ ਦਾ ਇੱਕ ਸਮੇਂ ਬਹੁਤ ਵੱਡਾ ਨਾਮ ਸੀ ਸਪੋਰਟਸ, ਹੈ ਨਾ, ਮੈਡਲ ਦੀ ਹਮੇਸ਼ਾ ਆਸ ਕੀਤੀ ਜਾਂਦੀ ਸੀ, ਭਾਵੇਂ ਹਾਕੀ ਲੈ ਲਓ। ਐਤਕੀ ਪੰਜਾਬ ਦਾ ਇੱਕ ਵੀ ਮੈਡਲ ਨਹੀਂ ਆਇਆ। ਹਾਕੀ ਚਲੋ ਟੀਮ ਗੇਮ ਹੈ, ਉਹਦੇ 'ਚ ਹੋਰ ਵੀ ਪਲੇਅਰ ਸੀਗੇ, ਇੱਕ ਵੀ ਮੈਡਲ ਨਹੀਂ ਆਇਆ ਪੰਜਾਬ ਦਾ। ਕਿਵੇਂ, ਕੀ ਕਾਰਨ ਹੈ, ਕੀ ਕਹਾਣ ਹੈ? ਵੀ ਦੇਖੋ ਮੈਡਲ ਤਾਂ ਜੇ ਤੁਸੀਂ ਪਿੱਛੇ ਹਿਸਟਰੀ 'ਚ ਜਾਓ, ਪਿਛਲੇ 70 ਸਾਲ ਦੀ ਹਿਸਟਰੀ ਜਾਓ, ਮੈਡਲ ਤਾਂ ਪਹਿਲਾਂ ਵੀ ਨਹੀਂ ਆਇਆ, ਸਿਰਫ ਹਾਕੀ 'ਚ ਹੀ ਆਉਂਦਾ ਸੀ। ਪਰ ਹਾਕੀ ਲੇਟ 70s ਜਦੋਂ ਟਰਫ ਆਈ ਹੈ, ਉਦੋਂ ਥੋੜ੍ਹਾ ਜਿਹਾ ਡਾਊਨਫਾਲ ਹੋਇਆ ਸੀ, ਕਿਉਂਕਿ ਆਪਣੇ 76 ਤੋਂ ਜਿਹੜੀ ਸਿੰਥੈਟਿਕ ਟਰਫ ਸਰਫੇਸਿਸ ਆਏ। ਪਰ ਆਪਣੇ ਪਹਿਲੀ ਗਰਾਊਂਡ ਦਿੱਲੀ 'ਚ ਹੀ ਲੱਗੀ 81-82 'ਚ, ਪੰਜਾਬ 'ਚ ਲੱਗਦੇ ਇਹਨੂੰ 90 ਜਾ ਕੇ ਲੱਗੀ ਹੈ। ਉਹ ਜਿਹੜਾ ਪੀਰੀਅਡ ਸੀਗਾ, ਪਲੱਸ ਆਪਣੇ 80s ਤੇ 93-4 ਤੱਕ ਆਪਣੇ ਮਾਹੌਲ ਵੀ ਖਰਾਬ ਸੀ। ਉਦੋਂ ਸਪੋਰਟਸ ਨੂੰ ਬੜਾ ਇੱਕ ਧੱਕਾ ਮਿਲਿਆ। ਉਹ ਜਿਹੜਾ ਸੀਗਾ ਉਹਦੀ ਭਰਪਾਈ ਨਹੀਂ ਹੋ ਸਕੀ। ਉਹਦੇ ਨਾਲ ਡਿਟੇਰੀਓਰੇਸ਼ਨ ਆਉਂਦੀ ਰਹੀ 90s 'ਚ, ਈਵਨ 2005-6 ਤੱਕ ਡਿਟੇਰੀਓਰੇਸ਼ਨ ਹੀ ਆਉਂਦੀ ਗਈ। ਔਰ ਪੰਜਾਬ ਦੀ ਹਾਕੀ ਡਾਊਨ ਜਾਣ ਨਾਲ ਇੰਡੀਆ ਦੀ ਹਾਕੀ ਡਾਊਨ ਗਈ। ਤੇ ਤਾਂ ਹੀ 2005-6 ਜਿਹੜਾ ਇਹ ਰਿਵਾਈਵਲ ਆਫ ਪੰਜਾਬ ਹਾਕੀ ਸ਼ੁਰੂ ਕੀਤਾ ਸੀ, ਉਹ ਜਦੋਂ ਸ਼ੁਰੂ ਕੀਤਾ, ਫਿਰ 2010-11 'ਚ ਮੈਨੂੰ ਦੁਬਾਰਾ ਕੋਚ ਲਾਇਆ ਹਾਕੀ ਇੰਡੀਆ ਨੇ, ਪ੍ਰਗਟ ਸਿੰਘ ਨੂੰ ਵੀ ਉੱਥੇ ਲੈਂਦਾ। ਉਦੋਂ ਹਾਕੀ ਇੰਡੀਆ 12ਵੀਂ ਨੰਬਰ ਸੀਗੀ, 12ਵੀਂ ਆਪਾਂ ਰੈਂਕ ਟੀਮ ਸੀਗੀ ਇੰਡੀਆ 'ਚ। ਉਦੋਂ ਇੰਡੀਅਨ ਕੋਚ ਲਾਉਂਦੇ ਸੀ। ਜੇ ਤੁਸੀਂ KPS ਗਿੱਲ ਦਾ ਟਾਈਮ ਦੇਖੋ, ਮੇਰੇ ਖਿਆਲ ਉਹਦੇ 20-22 ਸਾਲ ਦੀ 25 ਕੋਚ ਲਾਏ। ਤੇ ਹਰ ਕੋਚ ਜਦੋਂ 6 ਮਹੀਨੇ ਬਾਅਦ ਬਦਲ ਦੇਣਾ ਤੇ ਤੁਹਾਡੀ ਇੰਪਰੂਵਮੈਂਟ ਕਿਵੇਂ ਹੋਊਗੀ? ਉਦੋਂ ਆਈ ਪੁੱਟ ਮਾਈ ਫੁੱਟ ਡਾਊਨ ਕਿ ਤੁਸੀਂ ਫੋਰਨ ਕੋਚ ਲਿਆਓ। ਰੀਜ਼ਨ ਇਹ ਨਹੀਂ ਕਿ ਮੈਂ ਇੰਡੀਅਨ ਕੋਚਿਸ ਦੇ ਅਗੇਂਸਟ, ਪਰ ਇੰਡੀਅਨ ਕੋਚ ਬਣਾਉਣ ਦਾ ਸਿਸਟਮ ਹੀ ਠੀਕ ਨਹੀਂ ਹੈ। ਜਦ ਤੱਕ ਕੋਚ ਨਹੀਂ ਬਣਾਓਗੇ ਤੇ ਉਹ ਕਿਵੇਂ ਚੱਲੂਗਾ? ਆਪਣੇ ਹਲੇ ਵੀ ਉਹ 60s ਵਾਲਾ ਕੁਰਿਕੂਲਮ ਪੜ੍ਹਾ ਕੇ ਇੱਕ ਵਾਰੀ ਕੋਚ ਬਣਾ ਕੇ ਸਾਰੀ ਉਮਰ ਉਹ ਉਹਦੀ ਕੋਚਿੰਗ ਕਰਦਾ ਰਹਿੰਦਾ। ਪਰ ਜਿੱਥੇ ਕੋਚਿੰਗ ਹੈ ਉਹ ਤਾਂ ਹਰ 6 ਮਹੀਨੇ ਬਾਅਦ ਥੋੜ੍ਹਾ ਜਿਹਾ ਕਲੀਨਿਕ ਨਹੀਂ ਲੱਗੂਗਾ। ਤੁਸੀਂ ਦੁਨੀਆ 'ਚ ਤੁਹਾਡੇ ਅਪਗ੍ਰੇਡੇਸ਼ਨ ਨਹੀਂ ਹੁੰਦੀ ਹੋਊਗੀ, ਤੁਸੀਂ ਆਊਟਡੇਟਡ ਹੋ ਜਾਂਦੇ ਹੋ ਸਾਲ ਬਾਅਦ, ਕਿਉਂਕਿ ਇੰਨੀ ਰਿਸਰਚ ਹੈ ਸਪੋਰਟਸ 'ਚ ਕਿ ਤੁਹਾਨੂੰ ਆਪ ਨੂੰ ਹੀ ਲੱਗਦਾ ਕਿ 6 ਮਹੀਨੇ ਬਾਅਦ ਕਿ ਯਾਰ ਮੈਨੂੰ ਤਾਂ ਪਤਾ ਹੀ ਕੁਛ ਨਹੀਂ। ਬਿਲਕੁਲ। ਸੋ ਉਹ ਚੀਜ਼ਾਂ ਆਪਣੇ ਹੈ ਨਹੀਂ ਇੰਡੀਆ 'ਚ, ਇਸ ਕਰਕੇ ਫੋਰਨ ਕੋਚ ਲਿਆਉਣੇ ਪੈਂਦੇ ਨੇ। ਪਰ ਫੋਰਨ ਕੋਚਿਸ ਜਿਹੜੇ ਲਿਆਉਣੇ ਆਪਾਂ, ਉਹ ਨੈਸ਼ਨਲ ਟੀਮਾਂ ਨਾਲ ਕੰਮ ਕਰਦੇ ਨੇ, ਪਰ ਉਹ ਕੋਚਿੰਗ ਗ੍ਰਾਸ ਰੂਟ 'ਤੇ ਨਹੀਂ ਆਉਂਦੀ। ਕਿਉਂਕਿ ਆਪਾਂ ਆਪਣੇ ਇੰਡੀਅਨ ਜਿਹੜੇ ਕੋਚਿਸ 8-10 ਜੇ ਸਿਲੈਕਟ ਕਰਕੇ ਇਨੀਸ਼ੀਅਲੀ ਪਹਿਲਾ ਗਰੁੱਪ, ਉਹਨਾਂ ਨੂੰ ਉਹ ਕੋਚ ਦੇ ਅੰਡਰ ਸਟੱਡੀ ਲਾਓ, ਉਹਨਾਂ ਦੇ ਬਾਹਰੋਂ ਲਿਆ ਕੇ ਕੋਚ ਕਲੀਨਿਕ ਲਵਾਓ, ਉਹਨਾਂ ਨੂੰ ਅਪਗ੍ਰੇਡ ਕਰੋ, ਤਾਂ ਕਿ ਹੌਲੀ ਹੌਲੀ ਆਉਣ ਵਾਲੇ ਮੇਬੀ ਇਹਨਾਂ ਦਾ 5-10 ਈਅਰਸ ਜੇ ਆਪਾਂ ਇਹ ਹੁਣ ਸ਼ੁਰੂ ਕਰਾਂਗੇ, ਫਿਰ ਜਾ ਕੇ ਇੰਡੀਅਨ ਕੋਚਿਸ ਉਸ ਲੈਵਲ ਦੇ ਹੋਣਗੇ ਜਿਹੜੇ ਕਿ ਟ੍ਰੇਨ ਕਰ ਸਕਣਗੇ। ਥੱਲਿਓਂ ਗਰਾਊਂਡ ਲੈਵਲ ਤੋਂ ਤੁਸੀਂ ਉਹਨੂੰ ਟ੍ਰੇਨ ਕਰ ਸਕੋਗੇ, ਕਿਉਂਕਿ ਜੇ ਬਿਲਡਿੰਗ ਬਣਾਉਣੀ ਹੋ ਨੀਂਹ ਜ਼ਰੂਰੀ ਹੈ ਜੀ, ਤੇ ਜੀ ਨੀਂਹ ਨਹੀਂ ਬਣੂ ਤਾਂ ਬਿਲਡਿੰਗ ਨੂੰ ਕਿੱਥੇ ਉੱਤੇ ਲੈ ਜਾਓਗੇ ਤੁਸੀਂ। ਸਿਮਿਲਰਲੀ ਜੇ ਕੋਚ ਤਿਆਰ ਕਰਕੇ, ਕੋਚ ਗਰਾਊਂਡ ਲੈਵਲ ਤੋਂ ਤਿਆਰੀ ਕਰਨਗੇ, ਸਹੀ ਟੈਕਨੀਕ ਸਿਖਾਉਣਗੇ, ਸਹੀ ਜੋ ਅੱਜ ਕੱਲ੍ਹ ਇੰਟਰਨੈਸ਼ਨਲ ਹਾਕੀ ਹੈ ਉਹਦੇ ਲਈ ਤਿਆਰ ਕਰਨਗੇ, ਜਿਹੜਾ ਫਿਜ਼ੀਕਲ ਫਿਟਨੈਸ ਲੈਵਲ ਹੈ ਤੁਸੀਂ ਦੇਖਿਆ ਅਲਟੀਮੇਟ ਹੈ, ਮਤਲਬ 100% ਫਿਜ਼ੀਕਲੀ ਫਿੱਟ ਹੁੰਦੇ ਬੱਚੇ,
ਉਹਨਾਂ ਨੂੰ ਤਿਆਰ ਕਰਨ ਵਾਸਤੇ ਐਕਸਰਸਾਈਜ਼ ਫਿਜ਼ੀਓਲੋਜਿਸਟ ਚਾਹੀਦਾ, ਮੈਂਟਲ ਬੈਲੈਂਸਿੰਗ ਵਾਸਤੇ ਸਪੋਰਟਸ ਸਾਈਕੋਲੋਜਿਸਟ ਚਾਹੀਦਾ। ਤੇ ਫਿਰ ਜਿਵੇਂ ਕੋਚ ਤੁਹਾਡੇ ਇਨੀਸ਼ੀਅਲ ਲੈਵਲ ਤੇ ਜਿਹੜੇ ਬੇਸਿਕ ਕੋਚਿਸ ਨੇ, ਫਿਰ ਐਡਵਾਂਸ ਕੋਚਿਸ, ਫਿਰ ਜਾ ਕੇ ਇੱਕ ਸਿਸਟਮ ਬਣੂਗਾ। ਇਹ ਜਦ ਤੱਕ ਸਿਸਟਮ ਨਹੀਂ ਬਣਦਾ, ਲੌਂਗ ਟਰਮ ਐਥਲੀਟ ਡਿਵੈਲਪਮੈਂਟ ਪ੍ਰੋਗਰਾਮ ਆਪਾਂ ਸ਼ੁਰੂ ਨਹੀਂ ਕਰਦੇ, ਇੰਡੀਅਨ ਸਪੋਰਟਸ ਐਵੇਂ ਰਹੂਗੀ। ਕਿਤੇ ਆਪਾਂ ਨੂੰ ਇੱਕ ਅੱਧਾ ਮੈਡਲ ਮਿਲ ਗਿਆ ਵਿਦ ਉਹ ਮਤਲਬ ਬਾਏ ਹੁੱਕ ਕਰੋਕ ਜਾਂ ਵੀ ਆਰ ਲੱਕੀ, ਉਹ ਜਿਹੜਾ ਇੱਕ ਪਲੇਅਰ ਲੱਕੀ ਹੈ, ਜਾਂ ਬਾਏ ਹਿਟ ਐਂਡ ਟ੍ਰਾਇਲ ਮੈਥਡ। ਆਈ ਵੁੱਡ ਸੇ ਹਿਟ ਐਂਡ ਟ੍ਰਾਇਲ ਮੈਥਡ ਨਾਲ ਇੱਕ ਪਲੇਅਰ ਉਹ ਵੀ ਉਹਦੀ ਇਕਲੌਤੇ ਇਕੱਲੇ ਦੀ ਤਪੱਸਿਆ ਹੈ, ਮਿਹਨਤ ਹੈ, ਉਹ ਆਪ ਲੱਗਿਆ ਰਿਹਾ, ਉਹ ਡਿਟਰਮਿਨਡ ਸੀਗਾ ਵੀ ਮੈਂ ਕਰਨਾ ਹੈ, ਤਾਂ ਉਹ ਨਿਕਲ ਗਿਆ ਅੱਗੇ। ਕਿਉਂਕਿ ਸਿਸਟਮ ਨਹੀਂ ਹੈ ਤਾਂ ਹਿਟ ਐਂਡ ਟ੍ਰਾਇਲ ਮੈਥਡ ਨਹੀਂ ਬਣੂਗਾ। ਜੇ ਸਿਸਟਮ ਹੋਊਗਾ ਤਾਂ ਹੀ ਪਲੇਅਰ ਬਣਨਗੇ। ਮੈਂ ਇੱਕ ਹੋਰ ਰਿਸਰਚ ਇਹ ਦੱਸ ਦਿੰਦਾ ਤੁਹਾਨੂੰ ਕਿ ਜਿਹੜੀ ਹਾਕੀ 'ਚ ਜੇ ਤੁਸੀਂ 100 ਪਲੇਅਰ ਫੜਦੇ ਹੋ, ਉਹਨਾਂ ਨੂੰ 10 ਤੋਂ 12 ਸਾਲ ਟ੍ਰੇਨਿੰਗ ਕਰਾਉਣੀ ਹੋ, ਉਹ 'ਚ ਇੱਕ ਪਲੇਅਰ ਬਣਦਾ ਹੈ ਦੁਨੀਆ ਦੇ ਲੈਵਲ ਦਾ, ਵਰਲਡ ਲੈਵਲ ਦਾ। ਜੇ ਤੁਹਾਨੂੰ 18 ਚਾਹੀਦੇ ਹੈ ਤਾਂ 1800 ਪਲੇਅਰ ਨੂੰ 10-12 ਸਾਲ ਦੀ ਟ੍ਰੇਨਿੰਗ ਕਰਾਓਗੇ ਤਾਂ ਜਾ ਕੇ 18 ਪਲੇਅਰ ਬਣਨਗੇ। ਪਰ ਜੇ ਟੀਮ ਬਣਾਉਣੀ ਹੈ ਤੁਹਾਨੂੰ 30 ਤੋਂ 35 ਪਲੇਅਰ ਚਾਹੀਦੇ ਇੱਕੋ ਜਿਹੇ ਉੱਪਰ। ਇਹਦਾ ਮਤਲਬ ਉਹਨੂੰ 100 ਨਾਲ ਮਲਟੀਪਲਾਈ ਕਰ ਲਓ। ਸੋ ਉਹ ਵੀ ਸਿਸਟਮ 'ਚੋਂ ਨਿਕਲੂਗਾ। ਜੇ ਸਿਸਟਮ 'ਚੋਂ ਨਹੀਂ ਨਿਕਲਿਆ ਫਿਰ ਸ਼ਾਇਦ ਉਹ 'ਚੋਂ ਕੋਈ ਵੀ ਨਾ ਬਣੇ, ਸ਼ਾਇਦ 1000 'ਚੋਂ ਇੱਕ ਬਣੇ। ਗਰੇਵਾਲ ਸਾਹਿਬ, ਜਿਵੇਂ ਤੁਸੀਂ ਗੱਲ ਦੱਸੀ ਵੀ ਪਿਛਲੇ 4 ਸਾਲਾਂ 'ਚ ਤਾਂ ਇੱਕ ਜੁੱਤਾ ਵੀ ਨਹੀਂ ਲਿਆ ਗਿਆ, ਹਾਕੀ ਦੀ ਬਾਲ ਵੀ, ਸਟਿੱਕ ਵੀ ਨਹੀਂ ਲਈ ਗਈ, ਫਿਰ ਇਹ ਸਿਸਟਮ ਕਿਵੇਂ ਇੰਪਰੂਵ ਹੋਊਗਾ? ਕਿਵੇਂ ਤੁਹਾਨੂੰ ਕੀ ਲੱਗਦਾ ਵੀ ਇਹ ਤਾਂ ਕਾਫੀ ਸਾਲਾਂ ਤੋਂ ਆਈ ਚੱਲਦਾ ਆ ਰਿਹਾ? ਜੇ ਪੰਜਾਬ ਦੀ ਆਪਾਂ ਗੱਲ ਕਰੀਏ 2015 ਤੋਂ 17 ਤੱਕ ਤਾਂ ਥੋੜਾ ਠੀਕ ਸੀਗਾ ਜੀ ਫੰਡਿੰਗ, ਪਰ ਹੁਣ ਤਾਂ 4 ਸਾਲਾਂ ਤੋਂ ਬਹੁਤੇ ਬੁਰਾ ਹਾਲ ਹੈ। ਦੇਖੋ ਇਟ ਹੈਜ਼ ਟੂ ਬੀ ਅ ਲੌਂਗ ਟਰਮ ਐਥਲੀਟ ਡਿਵੈਲਪਮੈਂਟ ਪ੍ਰੋਗਰਾਮ। ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਕੱਟਦਾ ਵੀ ਪੰਜਾਬ ਹਾਕੀ ਟੀਮ 'ਚ ਲਗਭਗ 11 ਪਲੇਅਰ ਪੰਜਾਬ ਦੇ ਨੇ। ਹਾਂਜੀ, ਹਨਾ, ਤਾਂ ਪੰਜਾਬ ਸਰਕਾਰ ਦਾ ਵੈਸੇ ਹੀ ਮੋਰਲੀ ਬਣਦਾ ਵੀ ਅਸੀਂ ਇਹਨੂੰ ਸਪਾਂਸਰ ਕਰੀਏ, ਜਾਂ ਜਦੋਂ ਮਾੜਾ ਟਾਈਮ ਸਪਾਂਸਰ ਵੀ ਉੜੀਸਾ ਦੇ ਸੀਐਮ ਕਰ ਰਹੇ ਆ, ਤਾਂ ਇਹਨਾਂ ਨੇ ਕਿਉਂ ਨਹੀਂ ਇੰਟੈਂਟ ਲੈਂਦੇ? ਤੁਹਾਡੇ ਹਿਸਾਬ ਤੋਂ ਇਸ ਫੰਕਸ਼ਨਿੰਗ ਅੰਦਰੋਂ ਵੀ ਦੇਖੀ ਹੈ ਕੀ ਮਤਲਬ ਦੇਖੋ ਨੈਸ਼ਨਲ ਟੀਮ ਨੂੰ ਸਪਾਂਸਰ ਕਰਨਾ ਤੇ ਇਕੱਲੇ ਦਾ ਗੱਲ ਹੈ, ਤੁਸੀਂ ਪੰਜਾਬ ਨੂੰ ਸਪਾਂਸਰ ਕਰ ਲਓ। ਜੇ ਮੇਜਰ ਪਾਰਟ ਆਫ ਦੀ ਟੀਮ ਕੰਟੀਜੈਂਟ ਜਿਹੜਾ ਉਹ ਪੰਜਾਬੀ ਹੈ, 19 ਚੋਂ 11 ਮੁੰਡੇ ਆਪਣੇ ਸੀ, ਇੱਕ ਕੁੜੀ ਸੀ, 12 ਟੋਟਲ ਸੀ ਆਪਣੇ, ਤੇ ਇਹ 'ਚ ਜੇ ਆਪਣਾ ਪੋਟੈਂਸ਼ੀਅਲ ਹੈ ਤੇ ਇਹਦਾ ਹੀ ਇਹੀ ਬਣਾ ਲਓ ਇੱਕ ਸਿਸਟਮ, ਤਾਂ ਕਿ ਅੱਗੇ ਆਉਂਦੇ ਰਹਿਣ ਪਲੇਅਰ। ਕਿਉਂਕਿ ਜੇ ਜਿਵੇਂ ਹੁਣ ਸਿਸਟਮ ਚੱਲਦਾ, ਜਿਵੇਂ ਹੁਣ ਕਹਿੰਦੇ ਆ ਨਾ ਜੀ ਹੁਣ ਆਪਾਂ ਬ੍ਰੌਂਜ਼ ਜਿੱਤ ਲਿਆ, ਹੁਣ ਆਪਾਂ ਗੋਲਡ ਚਲੇ ਜਾਵਾਂਗੇ। ਮੇਰੇ ਹਿਸਾਬ ਨਾਲ ਜੇ ਆਹ ਜਿਹੜੀ ਅਚੀਵਮੈਂਟ ਹੈ, ਇਹ ਚਲੋ ਬੜੀ ਚੰਗੀ ਅਚੀਵਮੈਂਟ ਹੈ, ਪਰ ਪਿਛਲੇ 10 ਸਾਲ ਲੱਗੇ ਨੇ ਇਹਨੂੰ। ਜਿਵੇਂ 2010 'ਚ ਆਪਾਂ 12ਵੇਂ ਰੈਂਕ ਸੀ, ਹੌਲੀ ਹੌਲੀ 8ਵੇਂ 'ਚ ਆਏ, 7ਵੇਂ, 6ਵੇਂ, 5ਵੇਂ, 4ਥੇ ਰੈਂਕ ਸੀ ਜਦੋਂ ਆਪਾਂ ਗਏ ਹਾਂ। ਹੁਣ ਆਪਾਂ 3rd ਰੈਂਕ ਆ, ਪਰ 3rd ਰੈਂਕ ਸਸਟੇਨ ਕਰਨ ਲਈ ਜਿੰਨਾ ਜ਼ੋਰ ਪਿਛਲੇ 10 ਸਾਲ 'ਚ ਲੱਗਿਆ, ਇਹਦੇ ਤੋਂ 25% ਹੋਰ ਲਾਉਣਾ ਪਊਗਾ, ਤਾਂ ਆਪਾਂ ਸਸਟੇਨ ਕਰਾਂਗੇ ਉੱਥੇ। ਤੇ ਫਿਰ ਕੰਟੀਨਿਊਟੀ ਆਫ ਟੈਲੈਂਟ, ਕਿਉਂਕਿ ਇਹਦੇ 'ਚ ਹੁਣ 3-4 ਪਲੇਅਰ ਦੀ ਉਮਰ ਹੈਗੀ ਹੈ ਕਾਫੀ, ਉਹ ਮੇਬੀ 2 ਸਾਲ ਹੋਰ ਖੇਡ ਲੈਣਗੇ, 3 ਸਾਲ ਹੋਰ ਖੇਡ ਲੈਣਗੇ, ਤੇ ਸਬਸਟੀਟਿਊਸ਼ਨ ਵੀ ਆਉਣੀ ਚਾਹੀਦੀ ਹੈ ਨਾ। ਤੇ ਉਹਦੇ ਲਈ ਤੁਹਾਨੂੰ ਜੂਨੀਅਰ ਡਿਵੈਲਪਮੈਂਟ ਪ੍ਰੋਗਰਾਮ ਤੇ ਕੰਮ ਕਰਨਾ ਪਊਗਾ। ਜਿਹੜੇ 16-17 ਸਾਲ ਦੇ ਬੱਚੇ ਫੜ ਕੇ ਜੂਨੀਅਰ ਵਰਲਡ ਕੱਪ ਹੁੰਦਾ, ਉਹਦੇ ਲਈ ਕੰਮ ਕਰਨਾ ਪਊਗਾ। ਉਹਦੇ ਤੇ ਵੀ ਹੈਗਾ ਪੰਜਾਬ ਨਹੀਂ, ਪੰਜਾਬ 'ਚ ਤਾਂ ਹੋਣਾ ਹੀ ਹੈ, ਇੰਡੀਆ ਦਾ ਵੀ ਹੈ ਨਹੀਂ ਉਹ 'ਚ। ਦੇਖੋ ਜੇ ਤੁਸੀਂ ਜੂਨੀਅਰ 'ਚ ਲੈ ਕੇ ਬੱਚੇ ਉਹਨਾਂ ਨੂੰ ਐਕਸਪੋਜ਼ ਕਰੋਗੇ ਇੰਟਰਨੈਸ਼ਨਲੀ, 3-4 ਸਾਲ ਉਹ ਖੇਲਣਗੇ ਉੱਪਰ, ਫਿਰ ਟ੍ਰਾਂਜੀਸ਼ਨ ਸੌਖੀ ਹੋਊਗੀ ਜੂਨੀਅਰ ਟੂ ਸੀਨੀਅਰ। ਜੇ ਉਹ ਤੁਹਾਡਾ ਡਿਵੈਲਪਮੈਂਟ ਪ੍ਰੋਗਰਾਮ ਨਹੀਂ ਹੋਊਗਾ, ਫਿਰ ਉਹ ਟ੍ਰਾਂਜੀਸ਼ਨ ਨਹੀਂ ਹੋਣੀ। ਫਿਰ ਉਹ ਜੂਨੀਅਰ 'ਚ ਆਉਂਦੇ ਨੇ, ਉਹ ਸੀਨੀਅਰ 'ਚ ਜਾਂਦੇ ਨਹੀਂ, ਵਿੱਚ ਲਟਕ ਜਾਂਦੇ ਨੇ। ਇਟ ਟੇਕਸ 2 ਇਅਰਸ 3 ਇਅਰਸ, ਉਹਦੇ ਕਰਕੇ ਫਿਰ ਪ੍ਰੋਬਲਮ ਆਉਂਦੀ ਹੈ ਅੱਗੇ। ਸੋ ਇਹ ਤਾਂ ਥਿੰਕ ਟੈਂਕ ਨੂੰ ਬੈਠ ਕੇ ਸੋਚਣਾ ਪਊਗਾ, ਔਰ ਇਹਦਾ ਪਰਮਾਨੈਂਟ ਸਟਰਕਚਰ ਬਣਾਉਣਾ ਪਊਗਾ। ਔਰ ਜਿਹੜੀਆਂ ਚੀਜ਼ਾਂ ਮੈਟਰ ਕਰਦੀਆਂ ਸਪੋਰਟਸ 'ਚ, ਕਿਸੇ ਵੀ ਗੇਮ 'ਚ, ਹਾਕੀ, ਐਥਲੈਟਿਕਸ, ਜੋ ਵੀ ਗੇਮ ਲਾ ਲਓ, ਉਹ ਚੀਜ਼ਾਂ ਫੁੱਲਫਿਲ ਕਰਨੀਆਂ ਪੈਣਗੀਆਂ, ਫਿਰ ਸਪੋਰਟਸ ਅੱਗੇ ਆਊ। ਇਹ ਗਰਲਸ ਹਾਕੀ ਦਾ ਵੀ, ਵੂਮਨ ਹਾਕੀ ਦਾ ਵੀ ਸੇਮ ਹੀ ਹਾਲ ਹੈ ਕਿ ਉਸਦਾ ਇਸ ਤੋਂ ਵੀ ਮਾੜਾ ਹਾਲ ਹੈ ਮੈਨਸ ਹਾਕੀ ਦਾ? ਦੇਖੋ ਜਿਹੜੀ ਪ੍ਰੋਬਲਮ ਹੈ ਪੰਜਾਬ 'ਚ, ਹਾਕੀ ਜਾਂ ਐਥਲੈਟਿਕਸ ਜਾਂ ਫੁੱਟਬਾਲ, ਜਿੰਨੀਆਂ ਵੀ ਸਪੋਰਟਸ ਇੱਥੇ ਬੱਚੇ ਖੇਡਦੇ ਨੇ, ਬਾਕਸਿੰਗ, ਰੈਸਲਿੰਗ, ਜਿਹੜੀਆਂ ਵੀ ਲੈ ਲਓ, ਇਹ ਸਾਰੇ ਪਿੰਡਾਂ ਦੇ ਬੱਚੇ ਨੇ, ਸ਼ਹਿਰ ਵਾਲੇ ਨਹੀਂ ਖੇਡਦੇ। ਜਿੰਨਾ ਆਪਣਾ ਪੰਜਾਬ ਦਾ ਇਨਫਰਾਸਟਰਕਚਰ ਹੈ ਸਾਰਾ ਸ਼ਹਿਰਾਂ 'ਚ। ਮੋਹਾਲੀ ਤੁਸੀਂ ਦੇਖ ਲਓ, 7 ਸਟੇਡੀਅਮ ਨੇ, ਲੁਧਿਆਣੇ ਜਾ ਕੇ ਦੇਖ ਲਓ ਟਰਫ ਹੈ, ਜਲੰਧਰ ਦੇਖ ਲਓ, ਅੰਮ੍ਰਿਤਸਰ ਦੇਖ ਲਓ, ਬਠਿੰਡੇ ਦੇਖ ਲਓ, ਫਰੀਦਕੋਟ ਦੇਖ ਲਓ, ਸਾਰਾ ਇਨਫਰਾਸਟਰਕਚਰ ਸ਼ਹਿਰਾਂ 'ਚ ਹੈ। ਸ਼ਹਿਰਾਂ ਦਾ ਕੋਈ ਖੇਡਦਾ ਨਹੀਂ, ਇਹ ਸਟੇਡੀਅਮ ਖਾਲੀ ਪਏ ਹੁੰਦੇ ਨੇ, ਤੇ ਪਿੰਡਾਂ ਵਾਲਿਆਂ ਨੂੰ ਜਗ੍ਹਾ ਨਹੀਂ ਮਿਲਦੀ ਖੇਡਣ ਨੂੰ। ਤੇ ਪਿੰਡਾਂ 'ਚ ਇਨਫਰਾਸਟਰਕਚਰ ਡਿਵੈਲਪ ਤੁਸੀਂ ਕਿੰਨਾ ਕਰ ਲਓਗੇ, ਬੜਾ ਮਹਿੰਗਾ ਕੰਮ ਹੈ। ਉਹਦੇ 2 ਹੀ ਨੇ, ਜਾਂ ਤਾਂ ਛੋਟਾ ਇਨਫਰਾਸਟਰਕਚਰ ਪਿੰਡਾਂ 'ਚ ਕਰਾਓ, ਵੀ 1 ਲੇਨ 200 ਮੀਟਰ ਦੀ ਲਾ ਦਿਓ ਐਥਲੈਟਿਕ ਵਾਸਤੇ, ਜਿੱਥੇ ਬਾਕਸਿੰਗ ਹੈ ਉੱਥੇ 1 ਰਿੰਗ, ਜਿੱਥੇ ਜ਼ਰੂਰਤ ਹੈ, ਜਿੱਥੇ ਹਾਕੀ ਹੈ ਉੱਥੇ 6 ਸਾਈਡ ਟਰਫ ਲਾ ਦਿਓ ਜਾਂ 5 ਸਾਈਡ ਟਰਫ ਲਾ ਦਿਓ, ਤਾਂ ਕਿ ਬੇਸਿਕ ਸਕਿੱਲਸ ਉੱਥੇ ਸਿੱਖ ਸਕੇ। ਫਿਰ ਇੱਕ ਸਟੇਜ ਤੋਂ ਬਾਅਦ 10ਵੇਂ 11ਵੇਂ ਸਾਲ ਉਹਨਾਂ ਨੂੰ ਫਿਰ ਤੁਸੀਂ ਸ਼ਹਿਰ 'ਚ ਲਿਆਓ, ਫਿਰ ਉੱਥੇ ਹੋਸਟਲ ਚਾਹੀਦੇ ਆ।
ਕਿਉਂਕਿ ਜਾਂ ਤਾਂ ਇਨਫਰਾਸਟ੍ਰਕਚਰ ਪਿੰਡਾਂ 'ਚ ਲਿਜਾਓ ਜਾਂ ਫਿਰ ਉਹਨਾਂ ਨੂੰ ਸ਼ਹਿਰਾਂ 'ਚ ਲਿਆਓ, ਉਹਦੇ ਲਈ ਹੋਸਟਲ ਚਾਹੀਦੇ ਨੇ, ਫਿਰ ਉਹਦਾ ਖਰਚਾ ਫਿਰ ਉਹੀ ਗੱਲ ਹੈ। ਹਾਂਜੀ, ਫੰਡਸ ਹੁੰਦੇ ਨੇ। ਸੋ ਇਹ ਬੇਸਿਕ ਪ੍ਰੋਬਲਮਾਂ ਨੇ ਇਹ, ਜਿਹੜਾ ਕੋਈ ਨਹੀਂ ਸੋਚਦਾ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹੁਣ ਹਾਲੈਂਡ ਜਾਓਗੇ, ਤੁਹਾਡੇ ਉੱਥੇ ਇੱਕੋ ਹੀ ਸਟੇਡੀਅਮ ਹੈ, ਐਮਸਟਲਵੀਨ। ਤੁਸੀਂ ਜਰਮਨੀ ਜਾਓਗੇ, ਉੱਥੇ ਇੱਕੋ ਸਟੇਡੀਅਮ ਹੈ, ਮੌਨਸ਼ਨ ਗਲੈਡਬੈਕ। ਬਾਕੀ ਸਭ ਗਰਾਊਂਡਾਂ ਨੇ, ਇੱਕ ਇੱਕ ਕਲੱਬ 'ਚ 30 ਗਰਾਊਂਡਾਂ ਨੇ। ਇੰਡੀਆ 'ਚ ਹਰ ਸ਼ਹਿਰ 'ਚ ਸਟੇਡੀਅਮ ਹੈ, 20,000 ਕਪੈਸਿਟੀ ਦਾ ਸਟੇਡੀਅਮ, 15,000 ਲੁਧਿਆਣਾ ਸਟੇਡੀਅਮ ਹੈ, ਜਲੰਧਰ ਸਟੇਡੀਅਮ ਹੈ, ਮੋਹਾਲੀ ਸਟੇਡੀਅਮ ਹੈ, ਫਰੀਦਕੋਟ ਸਟੇਡੀਅਮ ਹੈ, ਬਠਿੰਡੇ ਸਟੇਡੀਅਮ ਹੈ, ਅੰਮ੍ਰਿਤਸਰ ਸਟੇਡੀਅਮ ਹੈ। ਪਰ ਇਹਨਾਂ ਸਟੇਡੀਅਮ ਵਿੱਚ ਕਦੇ ਮੈਚ ਹੋਇਆ ਨਹੀਂ, ਤੇ ਫਿਰ ਪੌੜੀਆਂ ਬਣਾਉਣ ਦਾ ਕੀ ਫਾਇਦਾ? ਟਰਫ ਲੱਗਦੀ ਹੈ 3 ਕਰੋੜ ਦੀ, ਸਟੇਡੀਅਮ ਬਣਦਾ 15 ਕਰੋੜ ਦਾ, 15 ਕਰੋੜ ਲਾਉਂਦੇ ਨੇ। ਫਿਰ ਉਹਦਾ ਤੁਸੀਂ ਹਾਲ ਦੇਖ ਲਓ, ਕਦੇ ਤੁਸੀਂ ਵਿਜ਼ਿਟ ਕਰਕੇ ਦੇਖੋ ਜਿੰਨੇ ਵੀ ਸਟੇਡੀਅਮ ਨੇ ਸ਼ਹਿਰਾਂ 'ਚ, ਪੈਥੈਟਿਕ ਕੰਡੀਸ਼ਨ ਹੈ, ਪੈਥੈਟਿਕ। ਮੋਹਾਲੀਆ ਤਾਂ ਨਵੇਂ ਬਣੇ ਸੀਗੇ ਸਾਰੇ। ਹਾਂਜੀ, ਮੋਹਾਲੀਆ ਤਾਂ ਮੈਨੂੰ ਨਵੇਂ ਬਣੇ ਸਾਰੇ ਸਪੋਰਟਸ ਸੈਂਟਰ, ਇਹਨਾਂ ਦਾ ਵੀ ਹਾਲ ਬਹੁਤ ਮਾੜਾ ਹੈ। ਹਾਂਜੀ, ਪੈਥੈਟਿਕ ਹੈ। ਮਾੜਾ ਤਾਂ ਚਲੋ ਹੈ, ਗਰਾਊਂਡਾਂ ਦਾ ਹਾਲ ਤੁਸੀਂ ਦੇਖ ਲਓ। ਉਹਦੇ ਲਈ ਜਦੋਂ ਤੁਸੀਂ ਸਟੇਡੀਅਮ ਬਣਾਉਂਦੇ ਹੋ, ਜਾਂ ਤਾਂ ਉਹਦਾ ਕੋਈ ਸਟਰਕਚਰ ਬਣਾਓ ਨਾ, ਕਿ ਉਹਦੀ ਮੇਨਟੇਨੈਂਸ ਕਿੰਨੀ ਹੋਣੀ ਹੈ ਅਗਲੇ 10 ਸਾਲ 'ਚ। ਮੇਨਟੇਨੈਂਸ ਦਾ ਪੈਸਾ ਨਹੀਂ ਦਿੰਦੇ, ਉਹ ਡਿਟੀਰੀਓਰੇਟ ਹੁੰਦੇ ਖਰਾਬ ਹੋ ਜਾਂਦੇ ਨੇ। ਫਿਰ ਨਾਲੇ ਖੇਲਣ ਵਾਲਾ ਕੌਣ ਆ ਸ਼ਹਿਰਾਂ 'ਚ? ਜਿਹੜੀ ਇਹ ਜਿੱਤ ਹੋਈ ਹੈ, ਗੱਲ ਇਹ ਬਹੁਤ ਵਾਰੀ ਹੋ ਗਈ ਵੀ ਸ਼ਾਇਦ ਰਿਵਾਈਵਲ ਇਹਦੇ ਸਿਰ ਤੇ ਖੜਾ ਹੈ, ਵੀ ਹੋ ਸਕਦਾ ਹੈ ਇੱਕ ਲੋਕਾਂ ਰੁਝਾਨ ਇਹਦੇ 'ਚ ਆ ਜੇ। ਬਟ ਜਿਹੜੇ ਸਟੇਡੀਅਮਾਂ ਦੀ ਗੱਲ ਕੀਤੀ, ਇਹ ਹਾਕੀ ਦੇ ਮੈਚਿਸ ਕਿਉਂ ਨਹੀਂ ਹੁੰਦੇ ਨਹੀਂ ਰੈਗੂਲਰਲੀ? ਲੋਕ ਤਾਂ ਕਿ ਆ ਕੇ ਦੇਖਣ, ਥੋੜਾ ਜਿਹਾ ਉਹਨਾਂ ਨੂੰ, ਜਿਵੇਂ ਛੋਟਾ ਹੁੰਦਾ ਬੱਚਾ ਦੇਖਦਾ, ਉਹਨੂੰ ਯਾਦ ਹੁੰਦਾ ਯਾਰ, ਇੰਸਪੀਰੇਸ਼ਨ ਲੈ ਲੈਂਦਾ, ਮੋਟੀਵੇਟ ਹੋ ਜਾਂਦਾ। ਕਾਫੀ ਲੰਬੇ ਸਮੇਂ ਤੋਂ ਨਾ ਚੰਡੀਗੜ੍ਹ ਹੋਇਆ ਨਾ ਕਿਤੇ ਹੋਰ ਹੋਇਆ। ਦੇਖੋ, ਜਿਹੜਾ ਤਾਂ ਜਿੱਤ ਹੈ, ਇਹ ਜਿੱਤ ਤਾਂ ਚਲੋ ਇੱਕ ਬਹੁਤ ਕ੍ਰੈਡੀਟੇਬਲ ਹੈ ਔਰ ਡਿਜ਼ਰਵ ਕਰਦੇ ਸੀ ਇਹ, ਕਿਉਂਕਿ ਜਿਹੜੇ ਪਿਛਲੇ 6 ਸਾਲਾਂ 'ਚ ਇਹ ਆਪਣੀ ਰੈਂਕਿੰਗ 4 ਤੇ ਲੈ ਕੇ ਆਏ, 3 'ਚ ਫਿਨਿਸ਼ ਕੀਤੇ ਨੇ, ਹੁਣ 3rd ਰੈਂਕ ਨੇ, ਤਾਂ ਇਟਸ ਵੈਰੀ ਵੈਰੀ ਕ੍ਰੈਡੀਟੇਬਲ। ਇਹ ਕਹਿਣਾ ਸੌਖਾ ਹੈ, ਦੁਨੀਆ 'ਚ ਟੌਪ 4-6 'ਚ ਆਉਣਾ। ਮੈਂ ਤਾਂ ਕਹਿੰਦਾ 100 'ਚ ਜਿਹੜੇ ਆ ਜਾਂਦੇ ਨੇ ਉਹ ਵੀ ਰੱਬ ਹੀ ਬਣ ਜਾਂਦੇ ਨੇ ਮੇਰੇ ਹਿਸਾਬ ਨਾਲ। ਜੇ ਮੈਨੂੰ ਪੁੱਛੋ ਤੁਸੀਂ, ਜਿਵੇਂ ਟੌਪ 100 'ਚ ਵੀ ਇਟਸ ਅ ਗ੍ਰੇਟ ਅਚੀਵਮੈਂਟ। ਇਹ ਟੀਮ ਜਿਹੜੀ ਹੈ, ਇਹ ਜਿਹੜਾ ਬੈਚ ਹੈ ਹੁਣ, ਇਹ ਦੇ ਹੈਵ ਅਨਦਰ 4 to 6 years ਟੂ ਪਲੇ। ਇਹ 4-6 ਸਾਲ ਤਾਂ ਇਹ ਚੰਗੇ ਖੇਲਣਗੇ, ਪਰ ਉਸ ਤੋਂ ਬਾਅਦ ਜੇ ਨਾ ਕੁਛ ਕੀਤਾ ਗਿਆ, ਇਹ ਫਿਰ ਥੱਲੇ ਆਉਣਗੇ ਵਾਪਸ। ਜਿੱਥੇ ਤੱਕ ਕੰਪੀਟੀਸ਼ਨ ਦਾ ਸਵਾਲ ਹੈ, ਕਿ ਕੰਪੀਟੀਸ਼ਨ ਅਸੀਂ ਇੱਕੋ ਹੀ ਕੰਪੀਟੀਸ਼ਨ ਕਰਾਇਆ ਤੇ 4 ਨੇਸ਼ਨ, ਪ੍ਰਗਟ ਸਿੰਘ ਡਾਇਰੈਕਟਰ ਸੀ ਉਦੋਂ ਮੋਹਾਲੀ ਕਰਾਇਆ ਸੀਗਾ। ਤੇ ਪਿਛਲੇ ਕਈ ਸਾਲਾਂ ਤੋਂ ਰਿਕੁਐਸਟ ਕੀਤੀ ਹੈ ਹਾਕੀ ਇੰਡੀਆ ਨੂੰ 4 ਨੇਸ਼ਨ ਟੂਰਨਾਮੈਂਟ ਦੀ, 6 ਨੇਸ਼ਨ ਟੂਰਨਾਮੈਂਟ ਦੀ, ਪਰ ਉਹਨਾਂ ਨੇ ਸਪੋਰਟ ਨਹੀਂ ਕੀਤਾ। ਇਹ ਕੰਪੀਟੀਸ਼ਨ ਹੋਣੇ ਚਾਹੀਦੀ ਹੈ। ਈਵਨ ਅਦਰਵਾਈਜ਼ ਜੇ ਤੁਸੀਂ ਪੰਜਾਬ ਦੇਖੋ, ਜਿਹੜੇ ਡੋਮੈਸਟਿਕ ਟੂਰਨਾਮੈਂਟ ਵੀ ਹੁੰਦੇ ਸੀ, ਉਹ ਵੀ ਖਤਮ ਹੋ ਗਏ ਆ। ਉਹਦੇ ਵੀ ਜਿੱਥੋਂ ਤੁਸੀਂ ਰॉ ਟੈਲੈਂਟ ਰਿਕਰੂਟ ਕਰ ਸਕਦੇ ਸੀ, ਆ ਜਾਂਦਾ ਸੀ ਮੂਰੇ। ਟ੍ਰੇਨਿੰਗ ਜਦ ਤੱਕ ਤੁਸੀਂ ਕੰਪੀਟੀਸ਼ਨ ਹੀ ਖੇਲਦੇ ਨਾ ਜੀ, ਟ੍ਰੇਨਿੰਗ ਤੁਹਾਡੀ ਏਮਲੈਸ ਹੋ ਜਾਂਦੀ ਹੈ। ਕਿਉਂਕਿ ਟ੍ਰੇਨਿੰਗ ਜਿਹੜੀ ਵੀ ਚੀਜ਼ ਤੁਸੀਂ ਤਿਆਰੀ ਕਰਦੇ ਹੋ, ਦੈਟਸ ਫॉर ਐਨ ਏਮ ਜੀ। ਤੁਸੀਂ ਤਿਆਰੀ ਕਰਦੇ ਹੋ ਇੱਕ ਪੇਪਰ ਦੀ, ਤੁਸੀਂ ਪੇਪਰ ਦੀ ਤਿਆਰੀ ਕਰਦੇ ਹੋ, ਇੱਕ ਸਿਲੇਬਸ ਦੀ ਤਿਆਰੀ ਕਰਦੇ ਹੋ ਟੂ ਸਿਟ ਇਨ ਦੈਟ ਪੇਪਰ। ਸੋ ਜਦੋਂ ਬੱਚਾ ਟ੍ਰੇਨਿੰਗ ਕਰਦਾ ਮਹੀਨਾ, 2 ਮਹੀਨੇ, 3 ਮਹੀਨੇ, ਕਾਹਦੇ ਲਈ ਕਰਦਾ? ਉਹ ਇੱਕ ਮੈਚ ਖੇਲਣ ਨਹੀਂ ਕਰਦਾ। ਸੋ ਉਸ ਤੋਂ ਬਾਅਦ ਉਹਨੂੰ ਮੈਚ ਮਿਲਣੇ ਚਾਹੀਦੇ ਨੇ, ਜਿੱਥੇ ਫਿਰ ਉਹ ਫੇਰ ਜੱਜ ਕਰਦਾ ਆਪਣੇ ਆਪ ਨੂੰ ਕਿ ਮੇਰੇ ਕੀ ਲਕੂਨਾਤ ਨੇ, ਮੇਰੀਆਂ ਕੀ ਗਲਤੀਆਂ ਨੇ, ਮੇਰੇ ਕੀ ਗੁੱਡ ਪੁਆਇੰਟਸ ਨੇ, ਟੀਮ ਟੈਕਟਿਕਸ ਕਿਵੇਂ ਹੈ, ਕਿੱਥੇ ਕਿੱਥੇ ਗਲਤੀਆਂ ਨੇ, ਫਿਰ ਉਹਦਾ ਪ੍ਰੋਗਰਾਮ ਦੁਬਾਰਾ ਬਣਦਾ। ਸੋ ਆਪਣੇ ਹਿੰਦੁਸਤਾਨ 'ਚ ਇਹੀ ਪ੍ਰੋਬਲਮ ਹੈ, ਏਮਲੈਸ ਟ੍ਰੇਨਿੰਗ ਹੋਈ ਜਾਂਦੀ ਹੈ। ਉਹਦੇ 'ਚ ਤੁਸੀਂ ਸਾਲ 6 ਮਹੀਨੇ 2 ਮਹੀਨੇ ਟ੍ਰੇਨਿੰਗ ਕਰਕੇ, ਏਮਲੈਸ ਟ੍ਰੇਨਿੰਗ ਜਿਹੜੀ ਹੈ ਉਹ ਤਾਂ ਫਿਰ ਏਮ ਹੀ ਨਹੀਂ ਹੈ। ਜਦੋਂ ਕੋਈ ਗੋਲ ਹੀ ਨਹੀਂ ਹੈ ਟ੍ਰੇਨਿੰਗ ਦਾ, ਉਹਦੇ ਲਈ ਕੰਪੀਟੀਸ਼ਨ ਜ਼ਰੂਰੀ ਨੇ। ਔਰ ਕੰਪੀਟੀਸ਼ਨ ਜਿੰਨੇ ਜ਼ਿਆਦਾ ਹੋਣਗੇ ਜੂਨੀਅਰ ਲੈਵਲ 'ਤੇ, ਕੰਪੀਟੀਟਿਵ ਨਹੀਂ ਐ ਨਹੀਂ ਵੱਡੇ ਟੂਰਨਾਮੈਂਟ ਕਰਾਉਣੇ, ਪਰ ਮੈਚ ਚਾਹੀਦੇ ਆ ਬੱਚਿਆਂ ਨੂੰ। ਸੋ ਗਿਵ ਦੈਮ ਮੈਚਿਸ, ਉਹ ਮੈਚ ਖੇਲਣਗੇ, ਆਪਣਾ ਰੀਕ੍ਰੀਏਸ਼ਨ ਵੀ ਹੋਊਗਾ ਉਹਨਾਂ ਦਾ, ਔਰ ਉੱਥੇ ਜੱਜ ਵੀ ਹੋਣਗੇ, ਕੋਚ ਵੀ ਪਲਾਨ ਕਰੂਗਾ, ਕੋਚ ਵੀ ਫਿਰ ਉਹਨਾਂ ਦਾ ਡਿਵੈਲਪਮੈਂਟ ਪਲਾਨ ਬਣਾਊਗਾ। ਸੋ ਸ਼ਾਰਟ ਟਰਮ ਪਲਾਨਸ, ਇਹ ਕੰਟੀਨਿਊਸ ਇੱਕ ਸਫ਼ਰ ਹੈ ਜਿਹੜਾ ਕਿ ਹੋਣਾ ਚਾਹੀਦਾ। ਤਾਂ ਗਰੇਵਾਲ ਸਾਹਿਬ, ਰੋ ਪੰਜਾਬ ਟੀਵੀ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਇਹ ਸੀਗੇ ਸੁਖਬੀਰ ਗਰੇਵਾਲ, ਜਿਨ੍ਹਾਂ ਨੇ ਦੱਸਿਆ ਵੀ ਬਹੁਤ ਵੱਡੀ ਜਿੱਤ ਤਾਂ ਹੈ ਹੀ ਹੈ, ਪਰ ਇਹਦੇ ਨਾਲ ਜਿਹੜਾ ਬਿਹਾਈਂਡ ਦਾ ਸੀਨ, ਜਿਹੜਾ ਅਸਲ ਰਿਐਲਿਟੀ ਹੈ, ਉਹ ਪੰਜਾਬ ਦੀ ਸਪੋਰਟਸ ਦੀ ਜਾਂ ਇੰਡੀਅਨ ਹਾਕੀ ਦੀ, ਉਹਦੇ ਉੱਤੇ ਵੀ ਨਿਗਾਹ ਮਾਰਨੀ ਬਹੁਤ ਜ਼ਰੂਰੀ ਹੈ। ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਪਿਛਲੇ 4 ਸਾਲਾਂ 'ਚ, 5 ਸਾਲਾਂ 'ਚ ਨਾ ਕੋਈ ਹਾਕੀ ਦੀ ਬਾਲ ਲਈ ਗਈ, ਨਾ ਸਟਿਕ ਲਿਆ ਗਿਆ। ਇਨਫੈਕਟ ਐਥਲੈਟਿਕਸ ਦਾ ਵੀ ਕੋਈ ਜੁੱਤਾ ਤੱਕ ਨਹੀਂ ਲਿਆ ਗਿਆ, ਸਪੋਰਟਸ ਪਰਸਨਸ ਵਾਸਤੇ ਮੁਹੱਈਆ ਨਹੀਂ ਕਰਾਇਆ ਗਿਆ। ਤੇ ਅੱਜ ਜੋ ਟੀਮ ਜਿੱਤ ਕੇ ਆਈ ਹੈ, ਸਾਰੇ ਹੀ ਉਹਨਾਂ ਦੀ ਕ੍ਰੈਡਿਟ 'ਚ, ਉਹਨਾਂ ਦੀ ਸਕਸੈਸ 'ਚ ਸ਼ਾਮਿਲ ਹੋ ਰਹੇ, ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਸਪੈਸ਼ਲੀ ਸਿਆਸਤਦਾਨ ਵੱਲੋਂ, ਜਿਹੜੇ ਕਿ ਮੈਚਿਸ ਦੇਖ ਰਿਹਾ, ਫੋਟੋ ਆਪ ਕੀਤਾ ਜਾ ਰਿਹਾ ਹੈਗਾ।
ਪਰ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਹੈ ਕਿਵੇਂ ਉਹਨਾਂ ਨੇ ਚੰਗੇ ਸਿਆਸਤਦਾਨ, ਕਿਵੇਂ ਉਹਨਾਂ ਨੇ ਚੰਗੇ ਪਲੇਅਰ ਪ੍ਰੋਡਿਊਸ ਕਰਨੇ ਆ ਲੌਂਗ ਟਰਮ ਵਾਸਤੇ, ਤੇ ਉਹਦੇ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਜ਼ਰੂਰੀ ਹੈ, ਸਵਾਲ ਚੱਕਣੇ ਜ਼ਰੂਰੀ ਹੈ।